ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖਾਨ ਪਾਨ ਉਤਮ ਕਰਿਓ, ਨਿਸਾ ਬਿਖੈ ਪਰਸੋਏ। ਸ੍ਰੀ ਸਤਿਗੁਰ ਅਰਜਨ ਨਿਕਟ, ਹਰ ਗੋਬਿੰਦ ਤਬ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਗੁਰ ਸ਼ਬਦਾ ਅਵਤਾਰ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਨਤਾ ਦੇ ਪਾਤਰ ਹੋ। ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਗੁਰੂ ਜਸ ਗੁਰੂ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ। ਇਹ ਵੇਲਾ ਧਨ ਹੈ, ਇਹ ਸਮਾਂ ਧਨ ਹੈ। ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋਂ ਬਲਿਹਾਰੀ ਸਤਿਗੁਰ ਚਰਣਾ। ਇਹ ਵੇਲਾ ਧਨ ਹੈ ਜਦੋਂ ਸਤਿਗੁਰਾਂ ਦੇ ਦਰਸ਼ਨ ਦੀਦਾਰ ਕਰ ਰਹੇ। ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਲੜੀਵਾਰ ਗੁਰ ਇਤਿਹਾਸ ਦੀ ਚੱਲ ਰਹੀ ਕਥਾ ਸਰਵਣ ਕਰਨ ਵਾਸਤੇ ਗੁਰੂ ਚਰਨ ਕਮਲਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਗਰੀਬ ਨਵਾਜ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਐਸੇ ਸਤਿਗੁਰਾਂ ਦਾ ਵਿਵਾਹ ਦਾ ਸਮਾਗਮ ਚੱਲ ਰਿਹਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੜ੍ਹੀ ਹੈ। ਬੜੀ ਸ਼ਾਨੋ ਸ਼ੌਕਤ ਨਾਲ ਬੜੇ ਸੋਹਣੇ ਵਾਹਨਾਂ ਤੇ ਸਵਾਰ ਹੋ ਕੇ ਸਮੂਹ ਗੁਰੂ ਕੇ ਸਿੱਖ ਭਾਈ ਸਾਲੋ, ਬਾਬਾ ਬੁੱਢਾ ਸਾਹਿਬ ਜੀ, ਬਾਬਾ ਦਾਤੂ ਜੀ, ਬਾਬਾ ਮੋਰੀ ਜੀ, ਬਾਬਾ ਸੰਸਰਾਮ ਜੀ, ਬਾਬਾ ਆਨੰਦ ਜੀ, ਬਾਬਾ ਅਰਥਮਲ ਜੀ, ਬਹੁਤ ਸਾਰੇ ਸਿੱਖ ਆਪੋ ਆਪਣੀਆਂ ਸਵਾਰੀਆਂ ਤੇ ਵਾਹਨਾਂ ਤੇ ਸਵਾਰ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਨੇ। ਮਾਤਾ ਗੰਗਾ ਜੀ ਔਰ ਉਹਨਾਂ ਦੇ ਸਮੇਤ ਸਾਰੀਆਂ ਇਸਤਰੀਆਂ ਬਰਾਤ ਨੂੰ ਵਿਦਾ ਕਰਨ ਵਾਸਤੇ ਅੱਗੇ ਤੱਕ ਆਈਆਂ। ਸ਼ਹਿਰ ਤੋਂ ਬਾਹਰ ਤੱਕ ਵਿਦਾ ਕਰਕੇ ਵਾਪਸ ਘਰ ਵਿੱਚ ਜਾ ਕੇ ਸੋਹਣੇ ਮੰਗਲਾਚਾਰ ਕੀਤੇ ਹਨ। ਸਤਿਗੁਰੂ ਜੀ ਨੇ ਤਕਰੀਬਨ 2 ਕੋਹ ਦਾ ਪੈਂਡਾ ਤੈਅ ਕੀਤਾ ਹੈ। ਸ਼ਾਮ ਦੇ ਸਮੇਂ ਇੱਕ ਜਗ੍ਹਾ ਤੇ ਡੇਰਾ ਕੀਤਾ ਹੈ। ਉੱਥੋਂ ਜਿਵੇਂ ਅੱਗੇ ਬਰਾਤ ਨੇ ਕੂਚ ਕੀਤਾ ਹੈ, ਕੂਚ ਦਰ ਕੂਚ ਸ੍ਰੀ ਸੁਲਤਾਨਪੁਰ ਸਾਹਿਬ ਤੋਂ ਹੁੰਦੇ ਹੋਇਆਂ ਡੱਲੇ ਬਰਾਤ ਪਹੁੰਚ ਰਹੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਕਥਾ ਸਰਵਣ ਕਰੀਏ।
ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਾਨ ਪਾਨ ਉਤਮ ਕਰਿਓ, ਨਿਸਾ ਬਖੈ ਪਰ ਸੋਏ। ਸ਼ਾਮ ਦਾ ਸਮਾਂ ਸੀ, ਲੰਗਰ ਪ੍ਰਸ਼ਾਦਾ ਤਿਆਰ ਹੋਇਆ। ਸਾਰੇ ਸਿੱਖਾਂ ਨੇ, ਸਾਰੀ ਬਰਾਤ ਨੇ ਲੰਗਰ ਪ੍ਰਸ਼ਾਦ ਛਕਿਆ ਹੈ ਔਰ ਰਾਤ ਨੂੰ ਆਪੋ ਆਪਣੇ ਆਸਣਾਂ ਤੇ ਵਿਰਾਜ ਕੇ ਸਭ ਨੇ ਰਾਤ ਬਤੀਤ ਕੀਤੀ ਹੈ। ਸ੍ਰੀ ਸਤਿਗੁਰ ਅਰਜਨ ਨਿਕਟ, ਹਰ ਗੋਬਿੰਦ ਤਬ ਹੋਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਰਾਤ ਦੇ ਸਮੇਂ ਆਪਣੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਏ ਹਨ ਔਰ ਆਪਣੇ ਪਿਤਾ ਜੀ ਦੇ ਕੋਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਵਿਸ਼ਰਾਮ ਕੀਤਾ ਹੈ। ਪਾਦੜੇ ਛੰਦ ਜਬ ਰਹੇ ਜਾਮਨੇ ਆਨ ਜਾਮ। ਜਦੋਂ ਇੱਕ ਪਹਿਰ ਰਾਤ ਬਾਕੀ ਰਹਿ ਗਈ, ਭਾਵ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ। ਸਿਮਰਨ ਲੱਗੇ ਸੋ ਕਰਤਾਰ ਨਾਮ। ਸਾਰੇ ਸਿੱਖ ਉੱਠ ਖਲੋਤੇ ਨੇ, ਵਾਹਿਗੁਰੂ ਪਰਮੇਸ਼ਰ ਦਾ ਭਜਨ, ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਆਰਾਧਣ ਲੱਗੇ ਹਨ। ਰਾਗੇ ਰਬਾਬ ਸੋ ਮਿਰਦੰਗ ਸੰਗ। ਔਰ ਅੰਮ੍ਰਿਤ ਵੇਲੇ ਦੇ ਸਮੇਂ ਗੁਰੂ ਘਰ ਦੇ ਵਿੱਚ ਨਿਤ ਦਰਬਾਰ ਸਜਦਾ ਹੈ, ਕੀਰਤਨ ਹੁੰਦਾ ਹੈ। ਤੋ ਅੰਮ੍ਰਿਤ ਵੇਲੇ ਦੀਵਾਨ ਸਜ ਗਏ ਸਤਿਗੁਰਾਂ ਦੇ ਔਰ ਸਜੇ ਹੋਏ ਦੀਵਾਨਾਂ 'ਚ ਰਬਾਬੀ ਸਿੱਖ ਮਿਰਦੰਗ ਤੇ ਰਬਾਬਾਂ ਛੇੜ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਲੱਗੇ ਹਨ। ਇਨ ਕੋ ਬਜਾਏ ਗਾਵਤ ਉਤੰਗ। ਮਿਰਦੰਗ ਵਜਾ ਕੇ, ਰਬਾਬ ਵਜਾ ਕੇ, ਸੋਹਣੇ ਤਾਲ ਪੂਰ ਕੇ ਸੋਹਣੀ ਗੁਰਬਾਣੀ ਦਾ ਕੀਰਤਨ ਕਰ ਰਹੇ ਹਨ। ਸਰਤ ਸੁਖਦ ਗਾਏ ਗੁਰ ਸ਼ਬਦ ਰਾਗ। ਸਤਿਗੁਰਾਂ ਦੇ ਜੋ ਪਵਿੱਤਰ ਗੁਰਬਾਣੀ ਦੇ ਸ਼ਬਦ ਨੇ, ਰਾਗਾਂ ਦੇ ਵਿੱਚ ਬੜੇ ਪਿਆਰ ਨਾਲ ਰਾਗਾਂ ਦੇ ਵਿੱਚ ਹੀ ਗਾਇਨ ਕਰਦੇ ਹਨ। ਸਿੱਖ ਸੁਨਤ ਪ੍ਰੇਮ ਕਰ ਮਹਿਦ ਭਾਗ। ਜਿੰਨੇ ਸਿੱਖ ਨੇ ਬੜੇ ਪਿਆਰ ਸਤਿਕਾਰ ਸਹਿਤ ਰਬਾਬੀ ਸਿੱਖਾਂ ਦੇ ਪਾਸ ਬੈਠ ਕੇ ਗੁਰਬਾਣੀ ਦਾ ਕੀਰਤਨ ਸਰਵਣ ਕਰਦੇ ਹਨ। ਇਸਨਾਨ ਆਦ ਸਭ ਸੋਚ ਕੀਨ। ਸਭ ਨੇ ਅੰਮ੍ਰਿਤ ਵੇਲੇ ਉੱਠ ਕੇ ਸੋਚ ਇਸ਼ਨਾਨ ਕੀਤਾ, ਸਰੀਰ ਦੀਆਂ ਕਿਰਿਆਵਾਂ ਸੋਧੀਆਂ ਹਨ। ਨਾਰ ਉਠੇ ਸਕਲ ਮਤ ਨਾਮ ਪੀਨ। ਸਾਰਿਆਂ ਦਾ ਮਨ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਭਿੱਜਾ ਹੋਇਆ ਹੈ। ਅੰਮ੍ਰਿਤ ਵੇਲੇ ਜਿੱਥੇ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲੱਗੀਆਂ ਹੋਈਆਂ, ਉਥੇ ਗੁਰੂ ਕੇ ਸਿੱਖਾਂ ਦੇ ਮਨ ਵੀ ਅੰਮ੍ਰਿਤ ਨਾਮ ਦੇ ਵਿੱਚ ਭਿੱਜੇ ਹੋਏ ਹਨ। ਧੰਨ ਧੰਨ ਸਤਿਗੁਰੂ ਭਨਤ ਬੈਨ। ਸਾਰੇ ਸਤਿਗੁਰਾਂ ਦੇ ਬਾਬਤ ਇਹੀ ਬਚਨ ਕਹਿੰਦੇ, ਧੰਨ ਗੁਰੂ ਅਰਜਨ ਦੇਵ ਸਾਹਿਬ, ਧੰਨ ਗੁਰੂ ਅਰਜਨ ਦੇਵ ਸਾਹਿਬ। ਇਹ ਸ਼ਬਦ ਸਾਰੇ ਗੁਰਸਿੱਖਾਂ ਦੀ ਰਸਨਾ ਦੇ ਉੱਤੇ ਹੈ। ਸਤਨਾਮ ਸਰੋਨ ਸੁਨ ਹੋਤ ਚੈਨ। ਸੱਚੇ ਨਾਮ ਦਾ ਜਾਪ ਆਪਣੇ ਕੰਨਾਂ ਨਾਲ ਸੁਣਦੇ ਨੇ ਸਿੱਖ। ਜਦੋਂ ਨਾਮ ਕੰਨਾਂ ਦੁਆਰਾ ਸੁਣਦੇ ਨੇ ਤਾਂ ਮਨ ਨੂੰ ਚੈਨ ਮਿਲਦਾ ਹੈ, ਮਨ ਨੂੰ ਸ਼ਾਂਤੀ ਤੇ ਆਨੰਦ ਪ੍ਰਾਪਤ ਹੁੰਦਾ ਹੈ। ਓਨ ਬਜੇ ਬਾਜ ਪਿਖ ਪ੍ਰਾਤ ਕਾਲ। ਦਿਨ ਚੜਿਆ, ਵਾਜੇ ਵੱਜ ਪਏ, ਬਰਾਤ ਨੇ ਅੱਗੇ ਚਾਲੇ ਪਾਉਣੇ ਸਨ। ਦਿਨ ਚੜਦਿਆਂ ਕਹਿੰਦੇ ਵਾਜੇ ਵੱਜੇ ਨੇ, ਅਨੇਕਾਂ ਪ੍ਰਕਾਰ ਦੇ ਸਾਜ਼ ਵੱਜੇ, ਨਗਾਰੇ ਵੱਜੇ ਹਨ। ਸਭ ਥੇ ਤਿਆਰ ਔਰ ਮੁੱਦ ਬਸਾਲ। ਸਾਰੇ ਤਿਆਰ ਹੀ ਹੋਏ ਬੈਠੇ ਸਨ ਕਿ ਦਿਨ ਦੀ ਥੋੜੀ ਜੀ ਲੋ ਲੱਗੇ ਔਰ ਬਰਾਤ ਅੱਗੇ ਨੂੰ ਪ੍ਰਸਥਾਨ ਕਰੇ। ਅਸਵਾਰ ਭੈ ਸਭ ਸੁਜਤ ਜਾਨ। ਸਾਰੇ ਦਿਨ ਚੜ੍ਹਦਿਆਂ ਆਪੋ ਆਪਣੀਆਂ ਸਵਾਰੀਆਂ ਤੇ ਜਿਹੜੀਆਂ ਸਵਾਰੀਆਂ ਤੇ ਜਿਹੜੇ ਸਵਾਰ ਹੋ ਕੇ ਚੱਲੇ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਆਪਣੀਆਂ ਉਸੇ ਸਵਾਰੀਆਂ ਦੇ ਉੱਤੇ ਅਸਵਾਰ ਹੋ ਕੇ ਚੱਲੇ ਹਨ। ਵਡ ਉਠਿਓ ਸ਼ਬਦ ਨਹਿ ਸੁਨਿਓ ਕਾਨ। ਔਰ ਕਹਿੰਦੇ ਉਹਨਾਂ ਸਾਜ਼ਾਂ ਦੇ ਨਾਲ ਨਾਲ ਜਿੱਥੇ ਘੋੜੇ ਚੱਲਦੇ ਨੇ, ਗੜਬੈਲਾਂ ਚੱਲਦੀਆਂ ਨੇ, ਉਹਨਾਂ ਦੇ ਗਲਾਂ ਵਿੱਚ ਪਾਏ ਜਿਹੜੇ ਟੱਲੀਆਂ ਤੇ ਘੁੰਗਰੂ ਨੇ ਉਹ ਖੜਕਦੇ ਨੇ।
ਇੰਨੀ ਜ਼ਿਆਦਾ ਆਵਾਜ਼ ਦੇ ਨਾਲ ਸਾਰਾ ਪਾਸਾ ਗੂੰਜ ਰਿਹਾ ਹੈ। ਦਿਨ ਚੜੇ ਚਲਤ ਹਿਮ ਰੁੱਤ ਮਹਾਨ। ਦਿਨ ਚੜਿਆਂ ਚੱਲੇ ਨੇ, ਕਿਉਂਕਿ ਸਰਦੀਆਂ ਦਾ ਮਹੀਨਾ ਸੀ, ਮਾਹ ਦਾ ਮਹੀਨਾ ਸੀ, ਪੋਹ ਤੋਂ ਅਗਲਾ ਮਹੀਨਾ, ਕਿਉਂਕਿ ਮਾਘ ਸੁਦੀ ਦਸਵੀਂ ਵਾਲਾ ਦਿਨ ਮਹਾਰਾਜ ਜੀ ਦੇ ਵਿਆਹ ਵਾਸਤੇ ਮੁਕਰਰ ਕੀਤਾ ਸੀ। ਤੋ ਸਰਦੀਆਂ ਦੇ ਦਿਨ ਹੋਣ ਕਰਕੇ ਕੋਈ ਜ਼ਿਆਦਾ ਸਵੇਰੇ ਨਹੀਂ ਚੱਲੇ। ਜਦੋਂ ਥੋੜੀ ਲੋ ਲੱਗੀ ਹੈ, ਸੂਰਜ ਦੀਆਂ ਕਿਰਨਾਂ ਧਰਤੀ ਤੇ ਪਈਆਂ ਨੇ, ਉਸ ਵੇਲੇ ਬਰਾਤ ਚੱਲੀ ਹੈ। ਨਾ ਹੈ ਲੱਗ ਹੈ ਸੀਤ ਹੋਏ ਤੇਜ ਭਾਨ। ਔਰ ਸੂਰਜ ਦੀਆਂ ਕਿਰਨਾਂ ਧਰਤੀ ਤੇ ਪਈਆਂ, ਕਹਿੰਦੇ ਦਿਨ ਚੜ੍ਹਦਿਆਂ ਚੱਲੇ ਨੇ ਤਾਂ ਜੋ ਕਿਸੇ ਨੂੰ ਸਰਦੀ ਨਾ ਲੱਗੇ, ਕਿਸੇ ਨੂੰ ਠੰਡ ਨਾ ਲੱਗੇ। ਇਸ ਕਰਕੇ ਸੂਰਜ ਦੀਆਂ ਕਿਰਨਾਂ ਜਦੋਂ ਧਰਤੀ ਤੇ ਪਈਆਂ ਉਦੋਂ ਚੱਲੇ ਹਨ। ਸੰਦਨ ਤਰੰਗ ਅਰ ਬਹਿਲ ਜਾਲ। ਸੋਹਣੀਆਂ ਰਥਾਂ ਦੇ ਉੱਤੇ, ਗੜਬੈਲਾਂ ਦੇ ਉੱਤੇ, ਘੋੜਿਆਂ ਦੇ ਉੱਤੇ ਸਵਾਰ ਹੋ ਕੇ ਚੱਲ ਰਹੇ ਨੇ। ਬਾਦਤ ਬਜੰਤ ਚਾਲਤ ਉਤਾਲ। ਅਨੇਕਾਂ ਪ੍ਰਕਾਰ ਦੇ ਸਾਜ਼ ਨਾਲ ਨਾਲ ਵੱਜਦੇ ਜਾ ਰਹੇ ਨੇ, ਬੜੇ ਉਤਾਵਲੇ ਹੋ ਕੇ ਚਲੇ ਜਾ ਰਹੇ ਨੇ। ਵੱਡ ਧੂਲ ਉਠਤ ਵਾਹਣ ਚਲੰਤ। ਜਦੋਂ ਵਾਹਨ ਚੱਲਦੇ ਨੇ, ਉਹਨਾਂ ਵਾਹਨਾਂ ਦੇ ਪੈਰਾਂ ਦੇ ਨਾਲ ਧੂੜ ਉੱਡਦੀ ਆ, ਆਕਾਸ਼ ਦੇ ਵਿੱਚ ਧੂੜ ਛਾਉਂਦੀ ਹੈ। ਗਾਨ ਸੁਤਰ ਗਮਨ ਭਾਰਨ ਉਠੰਤ। ਔਰ ਅਨੇਕਾਂ ਊਂਠ ਟੁਰੇ ਜਾ ਰਹੇ ਨੇ, ਉਹਨਾਂ ਦੇ ਉੱਤੇ ਭਾਰ ਲੱਦਿਆ ਹੋਇਆ। ਜਿਹੜਾ ਸਾਜੋ ਸਮਾਨ ਰਸਤੇ ਵਿੱਚ, ਕਿਉਂਕਿ ਕਈ ਦਿਨ ਰਸਤਾ ਚੱਲ ਕੇ ਜਾਣਾ ਪੈਂਦਾ ਸੀ, ਰਸਤੇ ਵਾਸਤੇ ਰਸਤਾਂ ਬਸਤਾਂ ਹੋਰ ਬਹੁਤ ਸਾਰਾ ਸਾਜੋ ਸਮਾਨ ਉਹ ਊਂਠਾਂ ਦੇ ਉੱਤੇ ਲੱਦਿਆ ਹੋਇਆ ਤੇ ਊਂਠਾਂ ਤੇ ਲੱਦ ਕੇ ਲਿਜਾ ਰਹੇ ਹਨ। ਗਾਨ ਆਏ ਜੋ ਮੰਗਤ ਪੰਥ ਵਿੱਚ। ਰਸਤੇ ਵਿੱਚ ਜਿਹੜਾ ਵੀ ਕੋਈ ਜਾਚਕ, ਜਿਹੜਾ ਵੀ ਕੋਈ ਮੰਗਤਾ ਚੱਲ ਕੇ ਆਉਂਦਾ ਹੈ, ਸਾਬਲ ਹੈ ਦਰਬ ਹੋਏ ਊਚ ਨੀਚ। ਭਾਵੇਂ ਕੋਈ ਉੱਚਾ ਹੈ ਤੇ ਭਾਵੇਂ ਕੋਈ ਨੀਵਾਂ ਹੈ, ਸਭ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਦਾਨ ਪ੍ਰਾਪਤ ਹੁੰਦਾ ਹੈ। ਜੋ ਮੰਗਦੇ ਨੇ ਉਹ ਦਾਨ ਗੁਰੂ ਸਾਹਿਬ ਜੀ ਦੇ ਕੋਲੋਂ ਉਹਨਾਂ ਨੂੰ ਮਿਲਦਾ, ਪ੍ਰਾਪਤ ਹੁੰਦਾ ਹੈ। ਜਾਸ ਭਨਤ ਗ੍ਰਾਮ ਜੇ ਰਾਹਮ ਹੈ। ਉਹ ਜਿਹੜੇ ਮੰਗਤੇ ਜਾਚਕ ਅੱਗੇ ਪਿੰਡਾਂ ਵਿੱਚ ਜਾ ਕੇ ਗੁਰੂ ਪਾਤਸ਼ਾਹ ਦਾ ਜਸ ਕਰਦੇ ਨੇ, ਮਹਾਰਾਜ ਜੀ ਦੀ ਮਹਿਮਾ ਕਰਦੇ ਨੇ। ਰਸਤੇ ਵਿੱਚ ਵੀ ਜਿੰਨੇ ਨਗਰ ਗ੍ਰਾਮ ਆਉਂਦੇ ਨੇ, ਉਹ ਪਿੰਡਾਂ ਵਾਲੇ ਗ੍ਰਾਮਾਂ ਵਾਲੇ ਸਤਿਗੁਰਾਂ ਦਾ ਸਵਾਗਤ ਕਰਦੇ, ਦਰਸ਼ਨ ਕਰਦੇ, ਨਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਗਾਇਨ ਕਰਦੇ ਹਨ। ਢਿਗ ਆਏ ਜਾਚ ਹਟ ਛੂਛ ਨਾ ਹੈ। ਜਿਹੜਾ ਵੀ ਆ ਕੇ ਸਤਿਗੁਰਾਂ ਕੋਲੋਂ ਜੋ ਵੀ ਮੰਗਦਾ ਹੈ, ਕੋਈ ਵੀ ਸਤਿਗੁਰਾਂ ਦੇ ਕੋਲੋਂ ਖਾਲੀ ਨਹੀਂ ਜਾਂਦਾ। ਦੁੱਧ ਪੁੱਤ ਧਨ ਸੰਪਦਾ ਜੋ ਵੀ ਆ ਕੇ ਜੋ ਸਤਿਗੁਰਾਂ ਦੇ ਚਰਨਾਂ 'ਚ ਮੰਗਦਾ ਹੈ, ਉਹਨੂੰ ਉਹਾ ਕੁਝ ਪ੍ਰਾਪਤ ਹੁੰਦਾ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਜੋ ਵੀ ਸਤਿਗੁਰਾਂ ਦੇ ਚਰਨਾਂ 'ਚੋਂ ਆ ਕੇ ਮੰਗਦੇ ਨੇ, ਤਿਨਾਂ ਮੰਗਤਿਆਂ ਜਾਚਕਾਂ ਨੂੰ ਉਹੀ ਕੁਝ ਪ੍ਰਾਪਤ ਹੁੰਦਾ ਹੈ। ਜਾਨ ਧਨ ਗਨ ਘਨ ਬਰਖੰਤ ਜਾਤ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਨੋ ਮੀਂਹ ਵਰ੍ਹਾਂਦੇ ਜਾ ਰਹੇ ਨੇ ਧਨ ਦਾ। ਧਨ ਦੇ ਖੁੱਲੇ ਗੱਫੇ ਜਾਚਕਾਂ ਮੰਗਤਿਆਂ ਦੀਆਂ ਝੋਲੀਆਂ ਵਿੱਚ ਪਾਉਂਦੇ ਨੇ। ਇੰਨਾ ਕੁ ਦਾਨ ਇੱਕ ਵਾਰੀ ਦੇ ਦਿੰਦੇ ਨੇ ਕਿ ਉਹਨਾਂ ਨੂੰ ਮੁੜ ਕੇ ਹੋਰ ਮੰਗਣ ਦੀ ਇੱਛਾ ਵੀ ਨਹੀਂ ਰਹਿੰਦੀ। ਹਿਮ ਦੇਤ ਗੁਰੂ ਅਰਜਨ ਸੁਦਾਤ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਦਾਤਾਂ ਵੰਡਦੇ ਜਾ ਰਹੇ ਹਨ। ਚੱਲ ਸਨੇ ਸਨੇ ਪਹੁੰਚੇ ਖਡੂਰ। ਇਸੇ ਤਰ੍ਹਾਂ ਚਲਦਿਆਂ ਚਲਦਿਆਂ ਫਿਰ ਖਡੂਰ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਜੋ ਪਵਿੱਤਰ ਨਗਰੀ ਹੈ, ਇਹ ਰਸਤੇ ਵਿੱਚ ਆਉਣਾ ਸੀ ਨਗਰ। ਚਲਦਿਆਂ ਚਲਦਿਆਂ ਸ੍ਰੀ ਖਡੂਰ ਸਾਹਿਬ ਪਹੁੰਚੇ ਹਨ। ਆਬ ਆਏ ਦਾਤੂ ਗੁਰ ਕੇ ਹਦੂਰ। ਉਹਨੇ ਨਗਰ ਬਾਬਾ ਦਾਤੂ ਜੀ ਦਾ ਨਗਰ ਹੈ। ਬਾਬਾ ਦਾਤੂ ਜੀ ਹਾਲਾਂਕਿ ਬਰਾਤ ਦੇ ਨਾਲ ਹੀ ਆਏ ਸਨ। ਜਦੋਂ ਮਹਾਰਾਜ ਜੀ ਖਡੂਰ ਸਾਹਿਬ ਪਹੁੰਚੇ ਤਾਂ ਬਾਬਾ ਦਾਤੂ ਜੀ ਨੇ ਉਸ ਵੇਲੇ ਮਹਾਰਾਜ ਜੀ ਦੇ ਸਨਮੁਖ ਆ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਹਜੂਰ ਆ ਕੇ ਬਾਚ ਕਹਿਓ ਕਰੋ ਡੇਰਾ ਸਥਾਨ। ਮਹਾਰਾਜ ਜੀ ਦੇ ਸਨਮੁਖ ਆ ਕੇ ਬਾਬਾ ਦਾਤੂ ਜੀ ਨੇ ਬੇਨਤੀ ਕੀਤੀ, ਗਰੀਬ ਨਵਾਜ ਬੜੇ ਵੱਡੇ ਭਾਗ ਕੇ ਆਪ ਜੀ ਖਡੂਰ ਸਾਹਿਬ ਆਏ ਹੋ। ਖਡੂਰ ਸਾਹਿਬ ਆ ਕੇ ਆਪ ਜੀ ਨੇ ਚਰਨ ਪਾਏ ਨੇ। ਸਾਡੀ ਬੇਨਤੀ ਹੈ
ਕਿ ਅੱਜ ਰਾਤ ਦਾ ਜਿਹੜਾ ਡੇਰਾ ਹੈ ਉਹ ਆਪ ਜੀ ਖਡੂਰ ਸਾਹਿਬ ਹੀ ਰੱਖੋ। ਅੱਜ ਰਾਤ ਨੂੰ ਆਪ ਜੀ ਇਸੇ ਨਗਰ ਦੇ ਵਿੱਚ ਵਿਸ਼ਰਾਮ ਕਰੋ ਗਰੀਬ ਨਵਾਜ ਜੀ। ਮੈਂ ਚਾਹਾਂ ਦਿਓ ਸਭ ਖਾਨ ਪਾਨ। ਮੇਰੀ ਇੱਛਾ ਹੈ ਕਿ ਅੱਜ ਰਾਤ ਦੀ ਜਿਹੜੀ ਸੇਵਾ ਲੰਗਰ ਪ੍ਰਸ਼ਾਦੇ ਦੀ, ਖਾਨ ਪਾਨ ਦੀ, ਉਹ ਮੈਂ ਆਪਣੇ ਵੱਲੋਂ ਸਾਰੀ ਸੰਗਤ ਦੀ ਕਰਾਂ। ਜਿੰਨੀ ਬਰਾਤ ਹੈ ਸਾਰਿਆਂ ਦੀ ਸੇਵਾ ਟਹਿਲ ਲੰਗਰ ਪ੍ਰਸ਼ਾਦੇ ਦਾ ਸਭ ਕੁਝ ਦਾ ਪ੍ਰਬੰਧ, ਸਭ ਦੇ ਵਿਸ਼ਰਾਮ ਦਾ ਪ੍ਰਬੰਧ ਉਹ ਮੈਂ ਕਰਾਂ ਮਹਾਰਾਜ ਜੀ। ਇਹ ਮੇਰੇ ਮਨ ਦੀ ਇੱਛਾ ਹੈ। ਹੋਰ ਗੋਂਦਵਾਲ ਜੇ ਚੋਹ ਜਾਨ। ਮਹਾਰਾਜ ਜੀ ਜੇ ਤੁਸੀਂ ਗੋਇੰਦਵਾਲ ਸਾਹਿਬ ਜਾਣਾ ਚਾਹੁੰਦੇ ਹੋ, ਅੱਜ ਰਾਤ ਗੋਇੰਦਵਾਲ ਸਾਹਿਬ ਟਿਕਣਾ ਚਾਹੁੰਦੇ ਹੋ, ਸਭ ਹੋਏ ਸ਼ਰਮਤ ਬੜ ਖੇਦ ਮਾਨ। ਮਹਾਰਾਜ ਜੀ ਗੋਇੰਦਵਾਲ ਸਾਹਿਬ ਥੋੜਾ ਜਿਹਾ ਇੱਥੋਂ ਦੂਰ ਪੈ ਜਾਣਾ ਹੈ ਤੇ ਸੰਗਤ ਜਿਹੜੀ ਆ ਉਹ ਥੱਕੀ ਹੋਈ ਹੈ। ਪਿੱਛੋਂ ਲੰਮੀ ਮੱਜਲ ਤੈਅ ਕਰਕੇ ਸੰਗਤ ਆਈ ਹੈ, ਪੈਂਡਾ ਤੈਅ ਕਰਕੇ ਆਈ ਹੈ। ਇਸ ਕਰਕੇ ਜੇ ਤੁਸੀਂ ਅੱਗੇ ਗੋਇੰਦਵਾਲ ਸਾਹਿਬ ਜਾਣਾ ਚਾਹੁੰਦੇ ਹੋ ਤੇ ਸੰਗਤ ਵੱਲ ਵੀ ਧਿਆਨ ਮਾਰੋ, ਕਿਉਂਕਿ ਜਿੰਨੀ ਬਰਾਤ ਹੈ ਇਸ ਵੇਲੇ ਥੱਕੀ ਹੋਈ ਹੈ। ਮੇਰੀ ਬੇਨਤੀ ਪ੍ਰਵਾਨ ਕਰੋ ਤਾਂ ਅੱਜ ਤੁਸੀਂ ਖਡੂਰ ਸਾਹਿਬ ਹੀ ਰਾਤ ਬਤੀਤ ਕਰੋ। ਹਿਤ ਬਿਆਹ ਆਵਨੋ ਨਿਤ ਨ ਹੋਏ। ਮਹਾਰਾਜ ਅੱਜ ਸਬੱਬੀ ਆਪ ਜੀ ਦਾ ਆਉਣਾ ਹੋਇਆ ਹੈ। ਆਪਣੇ ਪੁੱਤਰ ਨੂੰ ਵਿਆਹਣ ਚੱਲਿਓ ਤਾਂ ਕਿਤੇ ਅੱਜ ਆਪ ਜੀ ਦਾ ਇੱਥੇ ਆਉਣਾ ਹੋ ਗਿਆ। ਦੁਬਾਰਾ ਪਤਾ ਨਹੀਂ ਕਦੋਂ ਆਉਣਾ ਹੋਵੇ ਕਿ ਨਾ ਹੋਵੇ। ਇਸ ਕਰਕੇ ਅੱਜ ਆਏ ਹੋ ਤਾਂ ਕਿਰਪਾ ਕਰਕੇ ਅੱਜ ਇੱਥੇ ਹੀ ਡੇਰਾ ਕਰੋ, ਇੱਥੇ ਹੀ ਵਿਸ਼ਰਾਮ ਕਰੋ। ਮੋਹ ਨਾਇ ਪ੍ਰੈ ਮੁਝ ਅਦਕ ਜੋਏ। ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਬੜੀ ਇਹ ਗੱਲ ਚੰਗੀ ਲੱਗੇਗੀ ਜੇ ਤੁਸੀਂ ਮੇਰੀ ਬੇਨਤੀ ਪ੍ਰਵਾਨ ਕਰੋਗੇ। ਜੇ ਤੁਸੀਂ ਅੱਜ ਰਾਤ ਇੱਥੇ ਹੀ ਵਿਸ਼ਰਾਮ ਕਰੋਗੇ ਤਾਂ ਮੈਨੂੰ ਇਹ ਗੱਲ ਭਾਵੇਗੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਵੇਖਿਆ ਕਿ ਬਾਬਾ ਦਾਤੂ ਜੀ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਬੇਨਤੀ ਕੀਤੀ ਹੈ। ਬਾਬਾ ਦਾਤੂ ਜੀ ਨੂੰ ਆਪਣੇ ਦਰ ਘਰ ਦਾ ਪਿਆਰਾ ਜਾਣ ਕੇ ਏਮ ਦਾਤੂ ਤੇ ਸੁਨ ਸ਼ਰੌਨ ਬਾਤ। ਬਾਬਾ ਦਾਤੂ ਜੀ ਦੀਆਂ ਸਾਰੀਆਂ ਗੱਲਾਂ, ਉਹਨਾਂ ਦੀਆਂ ਸਾਰੀਆਂ ਬੇਨਤੀਆਂ ਮਹਾਰਾਜ ਜੀ ਨੇ ਸੁਣੀਆਂ ਹਨ। ਸ੍ਰੀ ਅਰਜਨ ਉਲੰਘਨ ਨਹਿ ਚਾਹਤ। ਮਹਾਰਾਜ ਜੀ ਨਹੀਂ ਚਾਹੁੰਦੇ ਕਿ ਬਾਬਾ ਦਾਤੂ ਜੀ ਦੀ ਬੇਨਤੀ ਨੂੰ ਵਾਪਸ ਮੋੜੀਏ। ਹਾਲਾਂਕਿ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਟਿਕਣਾ ਚਾਹੁੰਦੇ ਸਨ, ਪਰ ਬਾਬਾ ਦਾਤੂ ਜੀ ਦੀ ਬੇਨਤੀ ਵੀ ਸਤਿਗੁਰੂ ਜੀ ਮੋੜਨਾ ਨਹੀਂ ਸਨ ਚਾਹੁੰਦੇ। ਕਹਿ ਕਰਨ ਦੇਸ ਕੀਨ ਸਨਵੇਸ। ਮਹਾਰਾਜ ਜੀ ਨੇ ਆਗਿਆ ਕੀਤੀ ਕਿ ਅੱਜ ਬਾਬਾ ਦਾਤੂ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਾਰੀ ਬਰਾਤ, ਸਾਰੀ ਸੰਗਤ ਸ੍ਰੀ ਖਡੂਰ ਸਾਹਿਬ ਹੀ ਡੇਰਾ ਕਰੇਗੀ। ਅੱਜ ਦੀ ਰਾਤ ਸਾਰੇ ਖਡੂਰ ਸਾਹਿਬ ਹੀ ਟਿਕਣਾ ਹੈ। ਇਹ ਆਗਿਆ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ, ਸਾਰੀ ਬਰਾਤ ਨੂੰ ਦਿੱਤੀ ਹੈ। ਸਭ ਪਰੇ ਉਤਰ ਕਰ ਮੁਦ ਬਸੇਸ। ਮਹਾਰਾਜ ਜੀ ਦੀ ਆਗਿਆ ਸੁਣ ਕੇ ਉਸ ਵੇਲੇ ਸਾਰਿਆਂ ਨੇ ਆਪੋ ਆਪਣੇ ਵਾਹਨ ਤਿਆਗੇ ਨੇ, ਆਪੋ ਆਪਣੀਆਂ ਸਵਾਰੀਆਂ ਤਿਆਗ ਕਰਕੇ ਜਿੱਥੇ ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਉੱਥੇ ਡੇਰੇ ਕਰ ਲਏ। ਸ੍ਰੀ ਹਰਗੋਬਿੰਦ ਕੋ ਸੰਗ ਲੀਨ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਸਹਿਬਜ਼ਾਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਨਾਲ ਲਿਆ ਹੈ। ਔਰ ਅੰਗਦ ਥਲ ਚਹਿ ਦਰਸ ਕੀਨ। ਔਰ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ, ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਵਿੱਤਰ ਸਥਾਨ ਦੇ ਚੱਲ ਕੇ ਦਰਸ਼ਨ ਕੀਤੇ ਹਨ। ਧਨ ਪੰਚ ਸਹਸ ਗਿਨ ਲੀਨ ਸਾਥ। ਗੁਰਦੇਵ ਨੇ ਖਜ਼ਾਨਚੀ ਨੂੰ ਕਿਹਾ ਕਿ ਭਾਈ ਗਿਣ ਕੇ 5000 ਰੁਪਈਆ ਸਾਨੂੰ ਦੇ ਦਿਓ। 5000 ਰੁਪਈਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਪਣੇ ਨਾਲ ਲਿਆ। ਪ੍ਰਸਾਦ ਥਾਰ ਭਰ ਧਰਹਿ ਹਾਥ। ਔਰ ਪ੍ਰਸ਼ਾਦ ਦਾ ਥਾਲ ਭਰ ਕੇ ਨਾਲ ਲੈ ਲਿਆ। ਸ੍ਰੀ ਅਰਜਨ ਗਮਨੇ ਆਨੰਦ ਧਾਰ। 5000 ਰੁਪਈਆ ਤੇ ਪ੍ਰਸ਼ਾਦ ਦਾ ਥਾਲ ਭਰ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ
ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸੁੰਦਰ ਦਰਬਾਰ ਦੇ ਵਿੱਚ ਨਮਸਕਾਰ ਕਰਨ ਵਾਸਤੇ ਗਏ ਹਨ। ਚੱਲ ਪਹੁੰਚਤ ਭੇ ਦਰਬਾਰ ਦੁਆਰ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਦਰਵਾਜ਼ੇ ਤੇ ਪੰਜਵੇਂ ਪਾਤਸ਼ਾਹ ਪਹੁੰਚੇ ਹਨ। ਅਰਦਾਸ ਖਰੇ ਹੋਏ ਕਰ ਕਰਾਏ। ਔਰ ਅੱਗੇ ਸਨਮੁਖ ਖਲੋ ਕੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਅੰਗੀਠੇ ਤੇ ਨਮਸਕਾਰ ਕਰਦਿਆਂ ਅਰਦਾਸ ਬੇਨਤੀ ਕਰਵਾਈ ਹੈ। ਓਹੋ ਨਮੋ ਕੀਨ ਧਰ ਸਿਰ ਨਿਵਾਏ। 5000 ਰੁਪਈਆ ਤੇ ਕੜਾ ਪ੍ਰਸ਼ਾਦ ਦੀ ਦੇਗ ਦਾ ਥਾਲ ਗੁਰੂ ਦਰਬਾਰ 'ਚ ਭੇਟਾ ਕਰਕੇ ਨਮਸਕਾਰ ਕੀਤੀ ਹੈ। 5000 ਰੁਪਈਆ ਉਹਨਾਂ ਸਮਿਆਂ ਵਿੱਚ ਮਾਇਨੇ ਰੱਖਦਾ ਸੀ। ਇਹ ਸਤਿਗੁਰੂ ਜੀ ਪੂਰਨੇ ਪਾ ਰਹੇ ਹਨ। ਮਹਾਰਾਜ ਪੰਜਵੇਂ ਪਾਤਸ਼ਾਹ ਪੂਰਨੇ ਪਾ ਰਹੇ ਨੇ ਆਪਣੇ ਸਿੱਖਾਂ ਵਾਸਤੇ ਕਿ ਵਿਆਹ ਸ਼ਾਦੀਆਂ ਦੇ ਸਮਾਗਮਾਂ ਤੇ ਜਿੱਥੇ ਸਿੱਖ ਲੱਖਾਂ ਰੁਪਏ ਖਰਚ ਦਿੰਦੇ ਐ, ਉੱਥੇ ਜਦੋਂ ਗੱਲ ਗੁਰੂ ਘਰ ਦੀ ਆਉਂਦੀ ਆ ਉੱਥੇ ਆ ਕੇ ਭੇਟਾ ਪਿੱਛੇ ਵੀ ਲੜੀ ਜਾਂਦੇ ਆ ਵੀ ਇੰਨੀ ਭੇਟਾ ਕਿਉਂ ਰੱਖੀ ਹੈ। ਉੱਥੇ ਆ ਕੇ ਫਿਰ ਤਕਰਾਰਬਾਜ਼ੀਆਂ ਕਰਦੇ ਹੁੰਦੇ ਐ। ਭਾਵੇਂ ਉਦਾਂ ਲੱਖਾਂ ਰੁਪਈਆ ਵਿਆਹ ਸ਼ਾਦੀਆਂ ਤੇ ਖਰਚ ਦੇਣ, ਪਰ ਜਦੋਂ ਗੁਰੂ ਘਰ ਦੀ ਗੱਲ ਆਉਂਦੀ ਆ ਉੱਥੇ ਗ੍ਰੰਥੀ ਸਿੰਘਾਂ ਨਾਲ ਵੀ ਆ ਕੇ ਬਹਿਸ ਕਰੀ ਜਾਣਗੇ। ਰਾਗੀ ਸਿੰਘਾਂ ਨੂੰ ਵੀ ਕਹੀ ਜਾਣਗੇ ਜੀ ਤੁਸੀਂ 3100 ਭੇਟਾ ਰੱਖੀ ਆ, ਫਲਾਣੇ ਗੁਰਦੁਆਰੇ ਵਾਲੇ ਤਾਂ 1100 ਚ ਹੀ ਕਰ ਲੈਂਦੇ ਆ ਕੰਮ। ਉੱਥੇ ਆ ਕੇ 1000 2-2000 ਪਿੱਛੇ ਆ ਕੇ ਜੀਜੜੀਆਂ ਜੀਆਂ ਕੱਢੀ ਜਾਣਗੇ, ਲੜਾਈ ਬਹਿਸ ਕਰੀ ਜਾਣਗੇ ਜੀ ਵੇਖੋ ਗੁਰਦੁਆਰਿਆਂ ਵਿੱਚ ਵੀ ਲੁੱਟ ਮਚਾਈ ਹੋਈ। ਇਹੋ ਜਿਹੇ ਬੋਲ ਵੀ ਕਈ ਵਰਤਦੇ ਆ। ਜਦੋਂ ਜਾ ਕੇ ਉਹ ਕੰਜਰੀਆਂ ਕਰਨੀਆਂ ਹੁੰਦੀਆਂ ਨਚਾਉਣ ਵਾਲੀਆਂ, ਉੱਥੇ ਭਾਵੇਂ 5-500 ਦੇ ਨੋਟ ਜਾ ਕੇ ਭਰਾਈ ਜਾਣ, ਉੱਥੇ ਨਹੀਂ ਵੇਖਦੇ। ਉੱਥੇ ਤਾਂ ਫਿਰ ਜਾ ਕੇ ਬੁర్రే ਕਰਕੇ ਕਹਿੰਦੇ ਇਦਾਂ ਫੁਲਕਾਰੇ ਜੇ ਵੀ ਮਾਰੀ ਜਾਂਦੇ ਐ। ਤੇ ਉਸ ਵਕਤ ਨਹੀਂ ਇਹਨਾਂ ਨੂੰ ਸੋਝੀ ਆਉਂਦੀ ਕਿ ਭਾਈ ਇਹ ਧਨ ਜਿਹੜਾ ਹੈ ਜੇ ਗੁਰੂ ਘਰ ਵਾਸਤੇ ਭੇਟ ਕਰ ਦਿੱਤਾ, ਗੁਰੂ ਕੇ ਸੇਵਕਾਂ ਵਾਸਤੇ ਭੇਟ ਕਰ ਦਿੱਤਾ, ਤੇ ਉੱਥੇ ਤੇਰੇ ਮਨ ਦੇ ਵਿੱਚ ਇਸੇ ਤਰ੍ਹਾਂ ਦਾ ਰੰਜ ਕਿਉਂ ਆਉਂਦਾ ਹੈ। ਸਤਿਗੁਰੂ ਜੀ ਪੂਰਨੇ ਪਾ ਰਹੇ ਨੇ ਕਿ ਭਾਈ ਸਿੱਖਾ ਜਦੋਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆਉਣਾ, ਵੇਖੋ 5000 ਰੁਪਇਆ ਉਹਨਾਂ ਟਾਈਮਾਂ ਵਿੱਚ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ 'ਚ ਗੁਰੂ ਅਰਜਨ ਦੇਵ ਸਾਹਿਬ ਨੇ ਭੇਟ ਕੀਤਾ ਹੈ। ਹਾਂ, ਜਿੱਥੇ ਵੀ ਤੂੰ ਧਨ ਖਰਚਣਾ, ਜੇ ਗੁਰੂ ਘਰ ਵਾਸਤੇ ਵੀ ਤੇਰੇ ਹਿਰਦੇ 'ਚ ਉਦਾਰਤਾ ਹੋਣੀ ਚਾਹੀਦੀ ਹੈ। ਗੁਰੂ ਕੇ ਸਿੱਖਾਂ ਸੇਵਕਾਂ ਵਜ਼ੀਰਾਂ ਵਾਸਤੇ, ਗੁਰੂ ਕੇ ਰਾਗੀਆਂ ਢਾਡੀਆਂ ਵਾਸਤੇ ਵੀ ਤੇਰੇ ਹਿਰਦੇ 'ਚ ਉਦਾਰਤਾ ਚਾਹੀਦੀ ਹੈ। ਸਾਰੇ ਪਾਸੇ ਦਿਲ ਖੋਲ ਕੇ ਫਿਰ ਤੈਨੂੰ ਖਰਚ ਕਰਨਾ ਚਾਹੀਦਾ ਹੈ। ਹਾਂ, ਜੇ ਤੂੰ ਸਾਰੇ ਵਿਆਹ ਵਿੱਚ ਸੰਜਮ ਵਰਤਿਆ ਤੇ ਫਿਰ ਇੱਥੇ ਵੀ ਵਰਤ ਲੈ। ਜੇ ਦੂਜੇ ਪਾਸੇ ਸੰਜਮ ਨਹੀਂ ਵਰਤਿਆ ਤੇ ਫਿਰ ਇਸ ਪਾਸੇ ਸੰਜਮ ਵਰਤਣ ਦੀ ਤੇਰੇ ਮਨ 'ਚ ਇੱਛਾ ਕਿਉਂ ਜ਼ਾਹਰ ਹੁੰਦੀ ਹੈ। ਸੋ ਸਤਿਗੁਰੂ ਜੀ ਨੇ 5000 ਰੁਪਇਆ ਉਸ ਵੇਲੇ ਗੁਰੂ ਅੰਗਦ ਦੇਵ ਸਾਹਿਬ ਦੇ ਪਵਿੱਤਰ ਦਰਬਾਰ ਵਿੱਚ ਭੇਟਾ ਕੀਤਾ ਹੈ। ਭਾਰ ਦਛਨ ਦੇਨ ਪੁਸ਼ਪਨ ਚੜਾਏ। ਔਰ ਕੜਾ ਪ੍ਰਸ਼ਾਦ ਦੀ ਜਿੱਥੇ ਦੇਗ ਚੜਾਈ ਹੈ, ਉੱਥੇ ਫੁੱਲਾਂ ਦੀ ਇੱਕ ਮਾਲਾ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ 'ਚ ਮਹਾਰਾਜ ਜੀ ਨੇ ਭੇਟਾ ਕੀਤੀ ਹੈ। ਔਰ ਭਾਉ ਧਾਰ ਧੂਫਨ ਤੁਖਾਏ। ਬੜੀ ਭਾਵਨਾ ਧਾਰਨ ਕਰਕੇ ਸੁਗੰਧੀ ਵਾਲੀ ਜਿਹੜੀ ਧੂਪ ਹੈ ਉਹ ਮਹਾਰਾਜ ਜੀ ਦੇ ਦਰਬਾਰ ਵਿੱਚ ਤੁਖਾਈ ਹੈ। ਜਾਬ ਰਹਿਓ ਦਿਵਸ ਘਟਕਾ ਸੁਚਾਰ। 4 ਘੜੀਆਂ ਦਿਨ ਬਾਕੀ ਬਚਿਆ ਹੈ। ਔਰ ਸਭਾ ਲਾਏ ਦਰਬਾਰ ਦੁਆਰ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੀਵਾਨ ਸਜਾਇਆ। ਅੱਜ ਗੁਰੂ ਅੰਗਦ ਦੇਵ ਸਾਹਿਬ ਦੇ ਦਰਬਾਰ ਦੇ ਪਾਸ ਹੀ ਸ਼ਾਮ ਵੇਲੇ ਦਾ ਦੀਵਾਨ ਪੰਜਵੇਂ ਪਾਤਸ਼ਾਹ ਨੇ ਸਜਾਇਆ ਹੈ। ਸੋਨ ਚੌਂਕੀ ਸੋਦਰ ਸੰਜ ਆਏ। ਉਸ ਵੇਲੇ ਸੋਦਰ ਦੀ ਚੌਂਕੀ ਹੋਈ ਹੈ। ਸੰਧਿਆ ਵੇਲੇ ਸੋਦਰ ਦਾ ਜਾਪ ਹੋਇਆ ਹੈ। ਤਬ ਵਿੱਚ ਨਵੇਸ਼ ਪ੍ਰਵੇਸ਼ੇ ਸੋ ਆਏ। ਸਮਾਪਤੀ ਕਰਕੇ ਦੀਵਾਨ ਦੀ ਫਿਰ ਸਤਿਗੁਰੂ ਜੀ ਨੇ ਜਿੱਥੇ ਨਿਵਾਸ ਸਥਾਨ ਸੀ ਉੱਥੇ ਪ੍ਰਵੇਸ਼ ਕੀਤਾ ਹੈ। ਸਭ ਖਾਨ ਪਾਨ ਕੇ ਸੇਵ ਜੋਏ। ਖਾਨ ਪਾਨ ਦੀ ਸੇਵਾ, ਲੰਗਰ ਪ੍ਰਸ਼ਾਦੇ ਦੀ ਸਾਰੀ ਸੰਗਤ ਦੀ ਜੋ ਸੇਵਾ ਟਹਿਲ ਹੈ। ਹਿਤ ਲਾਏ ਸੋ ਦਾਤੂ ਕੀਨ ਸੋਏ। ਬਾਬਾ ਦਾਤੂ ਜੀ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਸਾਰੀ ਸੇਵਾ ਟਹਿਲ ਨਿਭਾਈ ਹੈ। ਸੁਖ ਕੇ ਸਮੇਤ ਜਾਮਨ ਬਿਤਾਏ। ਸੁਖ ਦੇ ਨਾਲ ਰਾਤ ਬਤੀਤ ਕੀਤੀ ਆ ਸਾਰਿਆਂ ਨੇ। ਉਠ ਸੋਚ ਕਿਰਿਆ ਕੀਨ ਸਨਹਾਏ। ਔਰ ਸੋਚ ਦੀ ਕਿਰਿਆ ਕੀਤੀ ਆ। ਅੰਮ੍ਰਿਤ ਵੇਲੇ ਉੱਠ ਕੇ ਸਭ ਨੇ ਇਸ਼ਨਾਨ ਪਾਨ
ਕੀਤੇ ਹਨ। ਚੜ ਕੈ ਬਰਾਤ ਗਮਨੇ ਸੋ ਰਾਹ ਖਡੂਰ ਸਾਹਿਬ ਤੋਂ ਹੁਣ ਬਰਾਤ ਨੇ ਅੱਗੇ ਨੂੰ ਚਾਲੇ ਪਾਏ ਨੇ, ਰਸਤੇ ਤੇ ਚੱਲ ਪਏ ਹਨ। ਜਿਸ ਬਿਖੈ ਛੈਲ ਕਰਤੇ ਉਮਾਹ ਬਾਂਕੇ ਜਵਾਨ ਬੜੇ ਉਮਾ ਦੇ ਨਾਲ ਤੁਰੇ ਜਾ ਰਹੇ ਹਨ। ਤ੍ਰੈ ਕੋਸ ਹੋਤੇ ਗੋਵਿੰਦਵਾਲ ਖਡੂਰ ਸਾਹਿਬ ਤੋਂ ਸ੍ਰੀ ਗੋਇੰਦਵਾਲ ਸਾਹਿਬ ਤਕਰੀਬਨ 3 ਕੋਹ ਦਾ ਪੈਂਡਾ ਸੀ। ਖਡੂਰ ਸਾਹਿਬ ਤੋਂ ਚੱਲ ਕੇ ਸ੍ਰੀ ਗੋਇੰਦਵਾਲ ਸਾਹਿਬ ਪਹੁੰਚੇ ਹਨ। ਤਹੈ ਗਏ ਜਾਏ ਪਹੁੰਚੇ ਉਤਾਲ ਔਰ ਬੜੀ ਛੇਤੀ ਨਾਲ ਸ੍ਰੀ ਗੋਇੰਦਵਾਲ ਸਾਹਿਬ ਨਗਰ ਦੇ ਵਿੱਚ ਪਹੁੰਚੇ ਹਨ। ਸਭ ਉੱਤਰ ਬਾਵਲੇ ਕਰ ਸਨਾਨ ਸਾਰਿਆਂ ਨੇ ਗੋਇੰਦਵਾਲ ਸਾਹਿਬ ਉਤਾਰਾ ਕੀਤਾ ਹੈ। ਔਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਉਲੀ ਵਿੱਚ, ਜਿੱਥੇ ਗੁਰਦੇਵ ਨੇ 84 ਤੋਂ ਮੁਕਤ ਹੋਣ ਦਾ ਸਦਾ ਵਰਤ ਲੰਗਰ ਲਾ ਰੱਖਿਆ ਹੈ, ਉਸ ਪਵਿੱਤਰ ਅੰਮ੍ਰਿਤ ਬਾਉਲੀ ਦੇ ਵਿੱਚ ਸਾਰੇ ਸਿੱਖਾਂ ਨੇ ਉਤਰ ਕੇ ਇਸ਼ਨਾਨ ਪਾਨ ਕੀਤੇ ਹਨ। ਕਰ ਨਮੋ ਜਹਾਂ ਸ੍ਰੀ ਅਮਰਥਾਨ ਔਰ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਦਰਬਾਰ ਦੇ ਵਿੱਚ ਨਮਸਕਾਰਾਂ ਕੀਤੀਆਂ ਹਨ। ਕੋਨ ਮੇਲੇ ਜਾਏ ਮੋਹਨ ਸੁਪਾਸ ਹੁਣ ਬਾਬਾ ਮੋਹਨ ਜੀ ਵੀ ਇਸੇ ਨਗਰ ਵਿੱਚ ਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਚੱਲ ਕੇ ਬਾਬਾ ਮੋਹਨ ਜੀ ਨੂੰ ਮਿਲਣ ਵਾਸਤੇ ਗਏ। ਬਾਬਾ ਮੋਹਨ ਜੀ ਦੀ ਬੜੀ ਉੱਚੀ ਅਵਸਥਾ ਸੀ। ਤੁਰਿਆ ਪਦ ਦੇ ਆਨੰਦ ਦੇ ਵਿੱਚ ਬਾਬਾ ਮੋਹਨ ਜੀ ਹਰ ਵੇਲੇ ਲਿਵਲੀਨ ਰਹਿੰਦੇ ਸਨ। ਪਰਮ ਆਨੰਦ ਦੇ ਵਿੱਚ, ਜਿਹਦੇ ਬਾਰੇ ਮਹਾਰਾਜ ਜੀ ਦੇ ਪਾਵਨ ਬਚਨ ਹਨ ਕਿ ਉਸ ਅਵਸਥਾ ਦੇ ਵਿੱਚ ਬਾਬਾ ਮੋਹਨ ਜੀ ਟਿਕੇ ਹੋਏ ਸਨ, ਜਿੱਥੇ ਗੁਰੂ ਖਾਲਸਾ ਜੀ ਨਾ ਕਿਸੇ ਪ੍ਰਕਾਰ ਦੀ ਭੁੱਖ ਵਿਆਪਦੀ ਹੈ, ਨਾ ਨੀਂਦ ਵਿਆਪਦੀ ਹੈ। ਉਸ ਅਵਸਥਾ ਦੇ ਵਿੱਚ ਬਾਬਾ ਮੋਹਨ ਜੀ ਟਿਕੇ ਰਹਿੰਦੇ ਸਨ। ਪੰਜਵੇਂ ਪਾਤਸ਼ਾਹ ਜੀ ਮਹਾਰਾਜ ਬਾਬਾ ਮੋਹਨ ਜੀ ਨੂੰ ਮਿਲਣ ਵਾਸਤੇ ਉਚੇਚੇ ਤੌਰ ਤੇ ਜਿਹੜੇ ਚੁਬਾਰੇ ਦੇ ਵਿੱਚ ਬਾਬਾ ਮੋਹਨ ਜੀ ਰਹਿੰਦੇ ਸਨ, ਉੱਥੇ ਮਹਾਰਾਜ ਜੀ ਗਏ ਹਨ। ਕਰ ਬੰਦ ਬੰਦਨਾ ਕੀਨ ਤਾਸ ਆ ਕੇ ਬਾਬਾ ਮੋਹਨ ਜੀ ਨੂੰ ਨਮਸਕਾਰ ਕਰਨ ਲੱਗੇ ਸਤਿਗੁਰੂ ਜੀ। ਕਿਉਂ ਨਮਸਕਾਰ ਕਰਨ ਲੱਗੇ? ਕਿਉਂਕਿ ਬਾਬਾ ਮੋਹਨ ਜੀ ਨਾਲ ਸੰਬੰਧ ਵੀ ਆ, ਉਹ ਵੱਡੇ ਮਾਮਾ ਜੀ ਹਨ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੁਨਿਆਵੀ ਰਿਸ਼ਤੇ ਦੀ ਪਾਲਣਾ ਕਰਦਿਆਂ ਜਦੋਂ ਨਮਸਕਾਰ ਕਰਨ ਲੱਗੇ ਤੇ ਬਾਬਾ ਮੋਹਨ ਜੀ ਨੇ ਹੱਥ ਪਕੜ ਲਿਆ, ਆਖਿਆ ਸਤਿਗੁਰੂ ਜੀ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ, ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਨਾ ਸਾਡਾ ਹੱਕ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਕਰੀਏ। ਸ੍ਰੀ ਹਰਗੋਬਿੰਦ ਸਿਰ ਚਰਨ ਧਾਰ ਮਹਾਰਾਜ ਜੀ ਨੇ ਆਖਿਆ ਸ੍ਰੀ ਹਰਗੋਬਿੰਦ ਜੀ ਬਾਬਾ ਜੀ ਨੂੰ ਨਮਸਕਾਰ ਕਰੋ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬਾਬਾ ਮੋਹਨ ਜੀ ਦੇ ਚਰਨਾਂ ਤੇ ਸੀਸ ਟਿਕਾ ਕੇ ਬੜੇ ਅਦਬ ਸਤਕਾਰ ਨਾਲ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਬਲਿਹਾਰ ਹੋਤ ਤਨ ਦੁੱਤ ਨਿਹਾਰ ਬਲਿਹਾਰ ਜਾਂਦੇ ਹਨ ਬਾਬਾ ਮੋਹਨ ਜੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਵੱਲ ਵੇਖਿਆ ਨਾ ਨਿਗਾਹ ਭਰ ਕੇ ਬਾਬਾ ਮੋਹਨ ਜੀ ਨੇ, ਤੇ ਬਾਬਾ ਜੀ ਦਾ ਮਨ ਵਾਰੇ-ਵਾਰੇ ਜਾਂਦਾ ਹੈ। ਬਲਿਹਾਰ ਬਲਿਹਾਰ ਜਾਂਦਾ, ਸਰੀਰ ਦੀ ਇਹੋ ਜੀ ਦੋਤੀ ਕ੍ਰਾਂਤੀ ਤੇ ਆਭਾ ਹੈ। ਲਹਿ ਸੋੜ ਬੰਸ ਵੱਡਤਾ ਬਲੰਦ ਆਖਿਆ ਸੋਢੀਆਂ ਦੀ ਵੰਸ਼ ਦੇ ਕੁੱਲ ਭੂਖਣ ਹੋ ਤੁਸੀਂ ਹਰਗੋਬਿੰਦ ਸਾਹਿਬ, ਸੋਢੀਆਂ ਦੀ ਕੁੱਲ ਦੇ ਗਹਿਣੇ ਹੋ ਤੁਸੀਂ, ਸੋਢੀਆਂ ਦੀ ਕੁੱਲ ਨੂੰ ਹੋਰ 4 ਚੰਨ ਲਾਏ ਹਨ। ਜਨ ਸੁਬਤ ਰੂਪ ਜਨ ਉਦੈ ਚੰਦ ਕਹਿੰਦੇ ਏਦਾਂ ਜਾਪਦਾ ਜਿਵੇਂ ਚੰਨ ਚੜ ਕੇ ਆ ਗਿਆ ਹੋਵੇ ਸਾਡੇ ਵਿਹੜੇ ਵਿੱਚ, ਅੱਜ ਤਾਂ ਚੰਨ ਉੱਤਰ ਆਇਆ ਹੋਵੇ। ਚੰਨ ਵਾਂਗੂ ਸੋਹਣਾ ਸਰੂਪ ਹੈ ਆਪ ਜੀ ਦਾ। ਜਨ ਅੰਕ ਲੀਨ ਧਾਰਤ ਦੁਲਾਰ ਬਾਬਾ ਮੋਹਨ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਗੋਦ ਵਿੱਚ ਲਿਆ ਹੈ, ਔਰ ਆਪਣੀ ਗੋਦ ਵਿੱਚ ਲੈ ਕੇ ਮੱਥਾ ਚੁੰਮਦਿਆਂ ਬੜਾ ਦੁਲਾਰ ਕਰਦੇ ਹਨ, ਬੜਾ ਪਿਆਰ ਕਰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ। ਦੇਖ ਵਧੀ ਪ੍ਰੀਤ ਲਾਗੰਤ ਪਿਆਰ ਔਰ ਵੇਖ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਨੂੰ ਬਾਬਾ ਮੋਹਨ ਜੀ ਦੇ ਹਿਰਦੇ ਦੀ ਪ੍ਰੀਤ ਵਧੀ ਹੈ। ਉਹਨਾਂ ਦੇ ਹਿਰਦੇ ਦਾ ਪਿਆਰ ਹੋਰ ਜ਼ਿਆਦਾ ਜ਼ਾਹਰ ਹੋਇਆ, ਪ੍ਰਗਟ ਹੋਇਆ। ਆਸ ਕੌਣ ਪੁਰਖ ਦੇਖੇ ਸਰੂਪ ਐਸਾ ਕਿਹੜਾ ਪੁਰਖ ਹੈ ਜਿਹੜਾ ਸਤਿਗੁਰਾਂ ਦਾ ਸਰੂਪ ਵੇਖੇ। ਹੈ ਕਰ ਹੈ ਪ੍ਰੇਮ ਅਸਲ ਹੈ ਅਨੂਪ ਕਿ ਉਹਦੇ ਮਨ 'ਚ ਗੁਰੂ ਸਾਹਿਬ ਦਾ ਸਰੂਪ ਵੇਖ ਕੇ ਪ੍ਰੇਮ ਨਾ ਪੈਦਾ ਹੋਵੇ। ਸਤਿਗੁਰਾਂ ਦਾ ਸਰੂਪ ਹੀ ਐਸਾ ਹੈ
ਜਿਹੜਾ ਵੇਖਦਾ ਉਹਦਾ ਮਨ ਮੋਹਿਆ ਜਾਂਦਾ, ਉਹਦੇ ਮਨ 'ਚ ਬਦੋ ਬਦੀ ਗੁਰੂ ਦੀ ਪ੍ਰੀਤ, ਗੁਰੂ ਦਾ ਪਿਆਰ ਉਜਾਗਰ ਹੋ ਜਾਂਦਾ ਹੈ। ਐਸਾ ਅਨੂਪ ਉਪਮਾ ਤੋਂ ਰਹਿਤ ਮਹਾਰਾਜ ਜੀ ਦਾ ਸੁੰਦਰ ਸਰੂਪ ਹੈ। ਕੌਣ ਗ੍ਰੰਥ ਕਰਨ ਕੇ ਬਾਤ ਕੇ ਨਾ। ਇਦਾਂ ਬੈਠਿਆਂ ਬੈਠਿਆਂ ਗੱਲਾਂ ਚੱਲ ਪਈਆਂ। ਬਾਬਾ ਮੋਹਣ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪੁੱਛਿਆ, ਮਹਾਰਾਜ ਆਪ ਜੀ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਗਏ ਸੋ ਮੇਰੇ ਕੋਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣ ਵਾਸਤੇ ਕੀ ਉਹ ਕਾਰਜ ਹੋ ਚੁੱਕਾ ਹੈ ਕਿ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਸੰਪਾਦਨ ਕਰ ਦਿੱਤਾ ਹੋਇਆ ਹੈ? ਏਦਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਦੀ ਗੱਲ ਬਾਬਾ ਮੋਹਣ ਜੀ ਨੇ ਕੀਤੀ ਹੈ। ਸ੍ਰੀ ਅਰਜਨ ਸੁਤ ਸਭ ਉਚਰ ਦੇਨ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅੱਗੋਂ ਦੱਸਿਆ, ਹਾਂ ਬਾਬਾ ਮੋਹਣ ਜੀ ਮਹਾਰਾਜ ਜੀ ਨੇ ਆਪਣਾ ਕਾਰਜ ਆਪ ਕਰਵਾ ਲਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਰਚ ਕੇ ਤਿਆਰ ਹੋ ਚੁੱਕੇ ਨੇ ਔਰ ਤਿਨਾਂ ਦਾ ਪਾਵਨ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਹੈ। ਇਹ ਕਿਰਪਾ ਆਪ ਕੇ ਭੀ ਬਸਾਲ। ਬਾਬਾ ਮੋਹਣ ਜੀ ਇਹਦੇ ਵਿੱਚ ਆਪ ਜੀ ਦੀ ਵੀ ਕਿਰਪਾ ਵਰਤੀ ਹੈ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਹੈ ਉਹਦੇ ਵਿੱਚ ਆਪ ਜੀ ਦਾ ਵੀ ਬੜਾ ਵੱਡਾ ਭਾਰੀ ਸਹਿਯੋਗ ਹੈ। ਨਾਰ ਮੰਦ ਮਤੇ ਕਲ ਕਾਲ ਜਾਲ। ਕਲਯੁਗ ਦੇ ਜਿਹੜੇ ਲੋਕ ਨੇ ਉਹ ਮਾੜੀ ਮੱਤ ਵਾਲੇ, ਤੁੱਛ ਬੁੱਧੀ ਵਾਲੇ ਹਨ, ਮੰਦ ਬੁੱਧੀ ਦੇ ਪ੍ਰਭਾਵ ਥੱਲੇ ਆਏ ਹੋਏ ਨੇ। ਇਸ ਕੇ ਅਲੰਬ ਹੋਏ ਸੇ ਉਧਾਰ। ਉਹਨਾਂ ਕਲਯੁਗੀ ਜੀਵਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਲੱਗ ਕੇ ਸੰਸਾਰ ਤੋਂ ਉਧਾਰ ਹੋਵੇਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕਰਕੇ ਉਹਨਾਂ ਕਲਯੁਗੀ ਜੀਵਾਂ ਦੀ ਮੁਕਤੀ ਹੋਵੇਗੀ, ਕਲਿਆਣ ਹੋਵੇਗਾ। ਉਪਕਾਰ ਮਹਾ ਜਗ ਪਰ ਤੁਮਾਰ। ਬਾਬਾ ਮੋਹਣ ਜੀ ਇਹ ਤੁਹਾਡਾ ਵੀ ਬੜਾ ਵੱਡਾ ਪਰਉਪਕਾਰ ਹੈ। ਸਾਰੇ ਜਗਤ ਦੇ ਉੱਤੇ ਤੁਹਾਡਾ ਇਹ ਉਪਕਾਰ ਸਾਰਾ ਸਿੱਖ ਜਗਤ ਆਪਣੇ ਆਪ ਤੇ ਚੇਤੇ ਰੱਖੇਗਾ। ਸੋਨ ਮੋਹਨ ਕਹਿਤ ਸਗਰੋ ਵਿਚਾਰ। ਇਹ ਸੁਣ ਕੇ ਅੱਗੋਂ ਬਾਬਾ ਮੋਹਣ ਜੀ ਨੇ ਸਾਰੀ ਵਾਰਤਾ ਜਿਹੜੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਦੀ ਸੀ ਉਹ ਬਾਬਾ ਮੋਹਣ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦੱਸੀ ਹੈ। ਮਾਮ ਪਿਤਾ ਕਰਨ ਲਾਗੇ ਉਚਾਰ। ਕਹਿਣ ਲੱਗੇ, ਹੇ ਪੰਜਵੇਂ ਪਾਤਸ਼ਾਹ ਜਦੋਂ ਸਾਡੇ ਪਿਤਾ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਭੱਲਿਆਂ ਦੀ ਕੁੱਲ ਦੇ ਭੂਖਣ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਉਚਾਰਨ ਕੀਤੀ। ਲਿਖਨ ਹਾਰ ਢਿਗ ਉਰ ਵਿਚਾਰ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਕੋਈ ਲਿਖਾਰੀ ਨਹੀਂ ਸੀ। ਜਦੋਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਬਾਣੀ ਲਿਖਣੀ ਉਚਾਰਨੀ ਚਾਹੀ ਤੇ ਉਹਨਾਂ ਵੇਖਿਆ ਕਿ ਬਾਣੀ ਤਾਂ ਅਸੀਂ ਉਚਾਰਦੇ ਹਾਂ ਪਰ ਕੋਈ ਲਿਖਣ ਵਾਲਾ ਲਿਖਾਰੀ ਨਹੀਂ ਹੈ ਕੋਲ। ਸੰਸ ਰਾਮ ਪੁੱਤਰ ਮੇਰੋ ਹਕਾਰ। ਉਸ ਵੇਲੇ ਸਾਡੇ ਪਿਤਾ ਜੀ ਨੇ ਬਾਬਾ ਸੰਸ ਰਾਮ ਜੀ ਨੂੰ, ਜੋ ਮੇਰੇ ਸਾਹਿਬਜ਼ਾਦੇ ਹਨ, ਆਪਣੇ ਪੋਤਰੇ ਨੂੰ ਬਾਬਾ ਸੰਸ ਰਾਮ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਕੋਲ ਬੁਲਾਇਆ, ਉਹਨਾਂ ਨੂੰ ਆਪਣੇ ਕੋਲ ਸੱਦਿਆ। ਇਸ ਕੋ ਸਿਖਾਏ ਦਿਨ ਥੋਰ ਮਾਹੇ। ਥੋੜੇ ਦਿਨਾਂ 'ਚ ਗੁਰੂ ਅਮਰਦਾਸ ਸਾਹਿਬ ਜੀ ਨੇ ਸਾਡੇ ਪੁੱਤਰ ਬਾਬਾ ਸੰਸ ਰਾਮ ਜੀ ਨੂੰ ਗੁਰਮੁਖੀ ਸਿਖਾ ਦਿੱਤੀ, ਗੁਰਮੁਖੀ ਪੜ੍ਹਨੀ ਵੀ ਸਿਖਾ ਦਿੱਤੀ ਤੇ ਗੁਰਮੁਖੀ ਲਿਖਣੀ ਵੀ ਕੁਝ ਸਮੇਂ ਦੇ ਵਿੱਚ ਹੀ ਸਿਖਾ ਦਿੱਤੀ। ਆਬ ਲਿਖਨ ਲਗਾਏ ਸੋ ਸ਼ਬਦ ਤਾਹੇ। ਉਸ ਵਕਤ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਲਿਖਾਰੀ ਬਾਬਾ ਸੰਸ ਰਾਮ ਜੀ ਨੂੰ ਲਾਇਆ। ਜਦੋਂ ਵੀ ਕੋਈ ਸ਼ਬਦ ਉਚਾਰਦੇ ਸਨ ਉਹਨੂੰ ਪੋਥੀ ਦੇ ਵਿੱਚ ਬਾਬਾ ਸੰਸ ਰਾਮ ਜੀ ਲਿਖ ਲੈਂਦੇ ਸਨ। ਸਭ ਗੁਰਨ ਕੇਰ ਬਾਣੀ ਮਹਾਨ। ਜਿਹੜੀ ਵੱਡਿਆਂ ਸਤਿਗੁਰਾਂ ਦੀ ਬਾਣੀ ਸੀ, ਗੁਰੂ ਨਾਨਕ ਪਾਤਸ਼ਾਹ, ਗੁਰੂ ਅੰਗਦ ਦੇਵ ਸਾਹਿਬ ਦੀ ਬਾਣੀ, ਉਹ ਬਾਣੀ ਵੀ ਬਾਬਾ ਸੰਸ ਰਾਮ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਲਿਖਵਾਉਂਦੇ ਰਹੇ। ਜਿਵੇਂ ਜਿਵੇਂ ਲਿਖਵਾਉਂਦੇ ਰਹੇ ਉਸੇ ਤਰ੍ਹਾਂ ਬਾਬਾ ਸੰਸ ਰਾਮ ਜੀ ਨਾ ਪੋਥੀਆਂ ਵਿੱਚ ਲਿਖਦੇ ਰਹੇ। ਕਰ ਖੋਜ ਰੋਜ਼ ਲਿਖ ਕਰ ਸੁਜਾਨ। ਔਰ ਬੜੀ ਖੋਜ ਕਰਕੇ ਬੜੀ ਸੋਝੀ ਨਾਲ ਸੂਝ ਬੂਝ ਦੇ ਨਾਲ ਬਾਬਾ ਸੰਸ ਰਾਮ ਜੀ ਲਿਖਦੇ ਸੀ ਔਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਲਿਖਵਾਉਂਦੇ ਸਨ। ਸਭ ਸ਼ਬਦ ਸਕਲ ਪੋਥੀ ਸੋ ਕੀਨ। ਇਸ ਪ੍ਰਕਾਰ ਨਾਲ ਸਾਰੇ ਸ਼ਬਦਾਂ ਦੀਆਂ ਪੋਥੀਆਂ ਜਿਹੜੀਆਂ ਸਨ ਉਹ ਗੁਰੂ ਅਮਰਦਾਸ ਸਾਹਿਬ ਜੀ ਨੇ ਤਿਆਰ ਕਰਵਾਈਆਂ। ਇਹ ਪਿਤਾ ਮੋਹੇ ਉਪਕਾਰ ਚੀਨ। ਇਹ ਉਪਕਾਰ ਗੁਰੂ ਅਰਜਨ ਦੇਵ ਸਾਹਿਬ ਜੀ ਮੇਰਾ ਨਹੀਂ ਹੈ, ਇਹ ਉਪਕਾਰ ਸਾਡੇ ਪਿਤਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਹੈ।
ਮਹਾਰਾਜ ਜੀ ਪੰਜਵੇਂ ਪਾਤਸ਼ਾਹ ਨੇ ਕਿਹਾ ਨਾ ਬਾਬਾ ਜੀ ਤੁਹਾਡਾ ਬੜਾ ਵੱਡਾ ਸਹਿਯੋਗ ਤੇ ਉਪਕਾਰ ਹੈ ਇਹਦੇ ਵਿੱਚ। ਪਰ ਅੱਗੋਂ ਬਾਬਾ ਮੋਹਨ ਜੀ ਨੇ ਨਿਮਰਤਾ ਸਹਿਤ ਬੇਨਤੀ ਕੀਤੀ, ਮਹਾਰਾਜ ਇਹ ਮੇਰਾ ਉਪਕਾਰ ਨਹੀਂ, ਇਹ ਸਾਡੇ ਪਿਤਾ ਜੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਉਪਕਾਰ ਹੈ, ਉਹਨਾਂ ਦੀ ਵੱਡੀ ਭਾਰੀ ਬਖਸ਼ਿਸ਼ ਹੈ। ਜਬ ਦੇਵ ਲੋਕ ਪਹੁੰਚੇ ਕਿਰਪਾਲ, ਜਦੋਂ ਕਿਰਪਾਲੂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਸੱਚਖੰਡ ਗਏ, ਤਬ ਸੰਸ ਰਾਮ ਰਾਖੀ ਸੰਭਾਲ। ਉਸ ਵਕਤ ਫਿਰ ਇਹ ਜਿਹੜੀਆਂ ਪੋਥੀਆਂ ਗੁਰੂ ਅਮਰਦਾਸ ਸਾਹਿਬ ਜੀ ਨੇ ਲਿਖਵਾਈਆਂ ਸਨ, ਇਹ ਸਾਡੇ ਸਪੁੱਤਰ ਬਾਬਾ ਸੰਸ ਰਾਮ ਜੀ ਨੇ ਆਪਣੇ ਕੋਲ ਸੰਭਾਲ ਕੇ ਰੱਖ ਲਈਆਂ। ਤੁਮ ਕਰੇ ਜਾਚਨ ਬਹੁਰ ਆਏ। ਤੇ ਗੁਰੂ ਅਰਜਨ ਦੇਵ ਸਾਹਿਬ ਜੀ ਫਿਰ ਆਪ ਜੀ ਆਏ। ਆਪ ਜੀ ਨੇ ਆ ਕੇ ਜਦੋਂ ਇਹ ਪੋਥੀਆਂ ਦੀ ਮੰਗ ਕੀਤੀ, ਹਮ ਦਈ ਤਬ ਹੈ ਸੁਤ ਤੇ ਮੰਗਾਏ। ਉਸ ਵਕਤ ਬਾਬਾ ਸੰਸ ਰਾਮ ਜੀ ਕੋਲੋਂ ਇਹ ਪੋਥੀਆਂ ਲੈ ਕੇ ਮਹਾਰਾਜ ਜੀ ਮੈਂ ਆਪ ਜੀ ਨੂੰ ਭੇਟ ਕਰ ਦਿੱਤੀਆਂ। ਦਰਅਸਲ ਉਹ ਇਮਾਨਤ ਹੀ ਤੁਹਾਡੀ ਸੀ, ਉਹ ਤੁਹਾਡੀ ਅਮਾਨਤ ਸੀ ਮਹਾਰਾਜ। ਗੁਰੂ ਅਮਰਦਾਸ ਜੀ ਸਾਡੇ ਕੋਲ ਰੱਖ ਗਏ ਸਨ। ਆਪ ਜੀ ਆਏ ਤੇ ਉਹ ਅਮਾਨਤ ਆਪ ਜੀ ਆਪਣੀ ਲੈ ਗਏ। ਸ੍ਰੀ ਅਰਜਨ ਕਹੈ ਅਬ ਚਲੋ ਸੰਗ। ਇਸ ਤਰ੍ਹਾਂ ਬਚਨ ਬਿਲਾਸ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਦੇ ਸੰਬੰਧ ਵਿੱਚ। ਫਿਰ ਪੰਜਵੇਂ ਪਾਤਸ਼ਾਹ ਨੇ ਬੇਨਤੀ ਕੀਤੀ, ਬਾਬਾ ਮੋਹਨ ਜੀ ਆਪ ਜੀ ਦੇ ਇਸ ਸੁਪੁੱਤਰ ਦੀ ਸ਼ਾਦੀ ਵਾਸਤੇ ਚੱਲੇ ਆ, ਇਹਦੀ ਬਰਾਤ ਚੜ੍ਹ ਕੇ ਜਾ ਰਹੀ ਹੈ, ਤੇ ਬਾਬਾ ਜੀ ਤੁਸੀਂ ਵੀ ਕਿਰਪਾ ਕਰੋ ਸਾਡੇ ਨਾਲ ਚੱਲੋ, ਸਾਨੂੰ ਬੜੀ ਖੁਸ਼ੀ ਹੋਵੇਗੀ। ਪੰਜਵੇਂ ਪਾਤਸ਼ਾਹ ਨੇ ਬਾਬਾ ਮੋਹਨ ਜੀ ਨੂੰ ਬੇਨਤੀ ਕੀਤੀ, ਕਿਉਂਕਿ ਬਾਬਾ ਮੋਹਨ ਜੀ ਨਹੀਂ ਸੀ ਗਏ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ। ਗੁਰੂ ਅਰਜਨ ਦੇਵ ਸਾਹਿਬ ਜਦੋਂ ਬਰਾਤ ਲੈ ਕੇ ਜਾ ਰਹੇ ਸਨ ਤੇ ਗੋਇੰਦਵਾਲ ਸਾਹਿਬ ਜੀ ਬੇਨਤੀ ਕਰ ਰਹੇ ਨੇ ਕਿ ਬਾਬਾ ਮੋਹਨ ਜੀ ਆਪ ਜੀ ਕਿਰਪਾ ਕਰਕੇ ਸਾਡੇ ਸੁਪੁੱਤਰ ਦੀ ਬਰਾਤੇ ਨਾਲ ਚੱਲੋ। ਨਿਜ ਸੇਵਕ ਬਿਆਹਨ ਕੋ ਉਮੰਗ। ਬਾਬਾ ਜੀ ਇਹ ਤੁਹਾਡਾ ਸੇਵਕ ਹੈ ਸਾਡਾ ਪੁੱਤਰ, ਇਹਨੂੰ ਵਿਆਹਣ ਚੱਲੇ ਆ, ਇਹਨੂੰ ਵਿਆਹਣ ਦੀ ਉਮੰਗ ਹੈ, ਆਪ ਜੀ ਕਿਰਪਾ ਕਰਕੇ ਨਾਲ ਚੱਲੋ। ਤੁਮ ਵੱਡੇ ਸਦਾ ਹਮਰੇ ਅਲੰਬ। ਤੁਸੀਂ ਸਾਡੇ ਤੋਂ ਵੱਡੇ ਹੋ, ਸਾਡੇ ਘਰ ਦੇ ਵੱਡੇ ਹੋ, ਔਰ ਸਾਨੂੰ ਆਪ ਜੀ ਦਾ ਬੜਾ ਵੱਡਾ ਅਲੰਬ ਤੇ ਆਸਰਾ ਹੈ। ਨਿਜ ਸਰਨ ਹੇਰ ਹੱਥ ਦੁਖ ਕੋਟੰਬ। ਬਾਬਾ ਜੀ ਇਹ ਤੁਹਾਡਾ ਸੁਪੁੱਤਰ ਹੈ, ਜੇ ਮੇਰਾ ਪੁੱਤਰ ਹੈ ਤਾਂ ਤੁਹਾਡਾ ਵੀ ਪੁੱਤਰ ਹੈ, ਇਹਦੀ ਬਰਾਤੇ ਆਪ ਜੀ ਜਰੂਰ ਚੱਲੋ, ਇਹ ਸਾਡੇ ਮਨ ਦੀ ਰੀਝ ਹੈ। ਸੋਨ ਮੋਹਨ ਉੱਤਰ ਬਹੁਰ ਦੇਨ। ਸੁਣ ਕੇ ਬਾਬਾ ਮੋਹਨ ਜੀ ਨੇ ਅੱਗੋਂ ਜਵਾਬ ਦਿੱਤਾ, ਬੋਲੇ ਕਹਿਣ ਲੱਗੇ, ਸਭ ਕੁਟੰਬ ਸੰਗ ਹਮਰੋ ਸੋਲੀਨ। ਕਹਿਣ ਲੱਗੇ ਗੁਰੂ ਸਾਹਿਬ ਜੀ ਮੇਰਾ ਸਾਰਾ ਪਰਿਵਾਰ ਤੁਹਾਡੇ ਨਾਲ ਹੈ। ਬਾਬਾ ਸੰਸ ਰਾਮ ਜੀ ਨਾਲ ਨੇ, ਮੇਰਾ ਸੁਪੁੱਤਰ ਹੈ ਸੰਸ ਰਾਮ, ਤੇ ਫਿਰ ਬਾਬਾ ਅਰਥਮਲ ਜੀ, ਬਾਬਾ ਆਨੰਦ ਜੀ, ਬਾਬਾ ਸੁੰਦਰ ਜੀ, ਫਿਰ ਸਾਡੇ ਛੋਟੇ ਭਰਾਤਾ ਬਾਬਾ ਮੋਹਰੀ ਜੀ, ਸਾਡਾ ਸਾਰਾ ਪਰਿਵਾਰ ਤਾਂ ਆਪ ਜੀ ਦੇ ਨਾਲ ਹੈ। ਹਮ ਸਦਾ ਸਾਥ ਤੁਮਰੇ ਰਹੰਤ। ਤੇ ਗੁਰਦੇਵ ਜੀ ਮੈਂ ਵੀ ਤੁਹਾਡੇ ਨਾਲ ਹੀ ਹਾਂ, ਜੇ ਮੇਰਾ ਪਰਿਵਾਰ ਤੁਹਾਡੇ ਨਾਲ ਹੈ ਤਾਂ ਮੈਂ ਕਿਹੜਾ ਤੁਹਾਡੇ ਤੋਂ ਵੱਖਰਾ। ਮਹਾਰਾਜ ਜੀ ਮੈਨੂੰ ਵੀ ਤੁਸੀਂ ਆਪਣੇ ਨਾਲ ਹੀ ਜਾਣੋ। ਨਿਤ ਮੋਹੇ ਭਾਵ ਤੋ ਰਹਿ ਇਕੰਤ। ਪਰ ਮਹਾਰਾਜ ਮੇਰੀ ਬੇਨਤੀ ਹੈ ਕਿ ਮੈਨੂੰ ਇਕਾਂਤ ਵਿੱਚ ਰਹਿਣਾ ਪਸੰਦ ਹੈ। ਮੈਂ ਵਿਆਹ ਸ਼ਾਦੀਆਂ ਦੇ ਬਹੁਤੇ ਇਕੱਠ ਦੇ ਵਿੱਚ ਜਾਣਾ ਪਸੰਦ ਨਹੀਂ ਕਰਦਾ। ਬਾਬਾ ਮੋਹਨ ਜੀ ਦੀ ਬਿਰਤੀ ਬਰਕਤਾਂ ਵਾਲੀ ਸੀ। ਉਹ ਕਹਿਣ ਲੱਗੇ ਮਹਾਰਾਜ ਮੈਨੂੰ ਇਕਾਂਤ ਚੰਗਾ ਲੱਗਦਾ ਹੈ। ਮੈਂ ਵਿਆਹ ਸ਼ਾਦੀਆਂ ਦਾ ਜਿਹੜਾ ਇਹ ਸਮਾਗਮ ਹੁੰਦੇ ਬਹੁਤ ਇਕੱਠ ਹੁੰਦਾ, ਢੋਲ ਵਾਜੇ ਨਫੀਰੀਆਂ ਵੱਜਦੇ ਨੇ, ਤੇ ਮੈਂ ਉਹਦੇ ਵਿੱਚ ਰਹਿ ਨਹੀਂ ਸਕਦਾ। ਮਹਾਰਾਜ ਮੈਨੂੰ ਇਕਾਂਤ ਪਸੰਦ ਹੈ, ਆਪ ਜੀ ਕਿਰਪਾ ਕਰੋ ਮੈਨੂੰ ਇੱਥੇ ਇਕਾਂਤ ਵਿੱਚ ਹੀ ਰਹਿਣ ਦਿਓ। ਉਦਾਂ ਮੈਂ ਤੁਹਾਡੇ ਨਾਲ ਹੀ ਹਾਂ ਮਹਾਰਾਜ, ਜੇ ਮੇਰਾ ਪਰਿਵਾਰ ਆਪ ਜੀ ਦੇ ਨਾਲ ਹੈ ਤਾਂ ਮੈਂ ਕਿਹੜਾ ਵੱਖਰਾ। ਮਹਾਰਾਜ ਕਿਰਪਾ ਕਰੋ, ਇਹ ਮੇਰੀ ਬੇਨਤੀ ਹੈ ਕਿ ਮੈਨੂੰ ਇਕਾਂਤ ਵਿੱਚ ਹੀ ਰਹਿਣ ਦਿਓ। ਸੋਨ ਕਿਰਪਾ ਭਰੇ ਮਾਤੁਲ ਸੁਬੈਨ। ਮਹਾਰਾਜ ਪੰਜਵੇਂ ਪਾਤਸ਼ਾਹ ਨੇ ਕੋਈ ਫਿਰ ਜ਼ੋਰ ਨਹੀਂ ਕੀਤਾ ਵੀ ਨਹੀਂ ਮੋਹਨ ਜੀ ਤੁਸੀਂ ਨਾਲ ਹੀ ਚੱਲੋ। ਮਹਾਰਾਜ ਜੀ ਨੇ ਵੇਖਿਆ ਕਿ ਬਾਬਾ ਜੀ ਦੀ ਬਿਰਤੀ ਇਹੋ ਜੀ ਸੀ, ਇਕਾਂਤ ਵਿੱਚ ਰਹਿਣ ਦੀ, ਮੁੱਢ ਤੋਂ ਇਹੀ ਸੁਭਾਅ ਸੀ ਉਹਨਾਂ ਦਾ। ਉਹ ਹਰ ਵੇਲੇ ਇਕਾਂਤ 'ਚ ਚੁਬਾਰੇ ਦੇ ਵਿੱਚ ਕੁੰਡਾ ਮਾਰ ਕੇ ਅੰਦਰ ਬੈਠੇ ਰਹਿੰਦੇ ਸਨ, ਇਹ ਬਿਰਤੀ ਸੀ ਬਾਬਾ ਜੀ ਦੀ।
ਤੋ ਮਹਾਰਾਜ ਜੀ ਨੇ ਇਹ ਨਹੀਂ ਕਿਹਾ ਕਿ ਤੁਸੀਂ ਨਾਲ ਚੱਲੋ। ਮਹਾਰਾਜ ਜੀ ਨੇ ਆਖਿਆ ਚੰਗਾ ਬਾਬਾ ਜੀ, ਜਿਵੇਂ ਆਪ ਜੀ ਦੀ ਖੁਸ਼ੀ, ਦਇਆ ਦ੍ਰਿਸ਼ਟੀ ਰੱਖਿਓ ਜੇ। ਬਾਬਾ ਮੋਹਨ ਜੀ ਦੇ ਕਿਰਪਾ ਭਰੇ ਰਸੀਲੇ ਬੈਨ ਮਹਾਰਾਜ ਜੀ ਨੇ ਸੁਣੇ ਹਨ। ਕਰ ਨਮੋ ਉਠੇ ਪੁਨ ਤਾਹੇ ਐਨ। ਔਰ ਬਾਬਾ ਮੋਹਨ ਜੀ ਨੂੰ ਨਮਸਕਾਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਪੰਜਵੇਂ ਪਾਤਸ਼ਾਹ ਜੀ ਉੱਠੇ ਹਨ। ਉਲੰਘੇ ਬਰਾਤ ਸਲਤਾ ਸੋ ਪਾਰ। ਬਿਆਸ ਦਰਿਆ ਪਾਰ ਕੀਤਾ। ਸਤਿਗੁਰੂ ਜੀ ਨੇ ਸਾਰੀ ਬਰਾਤ ਨੇ ਬਿਆਸ ਦਰਿਆ ਪਾਰ ਕੀਤਾ। ਬਾਦਤ ਬਜੰਤ ਗਮਨੇ ਅਗਾਰ। ਰਸਤੇ ਵਿੱਚ ਕਈ ਤਰ੍ਹਾਂ ਦੇ ਬਾਜੇ ਸਾਜ਼ ਵੱਜਦੇ ਚਲੇ ਜਾ ਰਹੇ ਹਨ। ਸ੍ਰੀ ਹਰਗੋਬਿੰਦ ਨਿਜ ਸੰਗ ਲੀਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਨਾਲ ਲਿਆ ਹੈ। ਹੋਏ ਨਦੀ ਪਾਰ ਪ੍ਰਸਥਾਨ ਕੀਨ। ਨਦੀ ਪਾਰ ਕੀਤੀ ਹੈ, ਪ੍ਰਸਥਾਨ ਕਰੀ ਜਾ ਰਹੇ ਹਨ। ਸੁਲਤਾਨਪੁਰੇ ਪਹੁੰਚੇ ਸੋ ਜਾਏ। ਚਲਦਿਆਂ ਚਲਦਿਆਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਨਗਰੀ ਸ੍ਰੀ ਸੁਲਤਾਨਪੁਰ ਸਾਹਿਬ ਵਿਖੇ ਪਹੁੰਚੇ ਹਨ। ਧਨ ਦੇਤ ਜਾਚਤੋ ਜੌਨ ਆਏ। ਜਿਹੜਾ ਵੀ ਆ ਕੇ ਜੋ ਦਾਨ ਧਨ ਮੰਗਦਾ, ਮਹਾਰਾਜ ਜੀ ਖੁੱਲੀ ਮਾਇਆ ਦੇ ਗੱਫੇ ਉਹਨਾਂ ਮੰਗਤਿਆਂ ਜਾਚਕਾਂ ਦੀਆਂ ਝੋਲੀਆਂ 'ਚ ਪਾਉਂਦੇ ਨੇ। ਸ੍ਰੀ ਗੁਰ ਨਦੇਸ ਲੈ ਕਰ ਨਵੇਸ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਗਿਆ ਨਾਲ ਸਾਰੀ ਬਰਾਤ ਨੇ ਸੁਲਤਾਨਪੁਰ ਸਾਹਿਬ 'ਚ ਨਿਵੇਸ਼ ਕੀਤਾ ਹੈ। ਉਤਰੇ ਸਮੂਹ ਪਿਖ ਥਾਨ ਬੇਸ। ਭਲੀ ਜਗ੍ਹਾ ਵੇਖ ਕੇ ਵੇਈ ਨਦੀ ਦੇ ਕੰਢੇ ਤੇ ਸਾਰਿਆਂ ਨੇ ਉਤਾਰਾ ਕੀਤਾ। ਬੜੀ ਪਵਿੱਤਰ ਨਗਰੀ ਸ੍ਰੀ ਸੁਲਤਾਨਪੁਰ ਸਾਹਿਬ। ਮਹਾਰਾਜ ਇੱਕ ਦਹਾਕੇ ਤੋਂ ਵੱਧ ਸਮਾਂ ਗੁਰੂ ਨਾਨਕ ਸਾਹਿਬ ਜੀ ਨੇ ਸੁਲਤਾਨਪੁਰ ਸਾਹਿਬ ਵਿਖੇ ਬਤੀਤ ਕੀਤਾ। 13 ਤੋਲਿਆ ਇੱਥੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਐਸੀ ਪਵਿੱਤਰ ਨਗਰੀ ਤਕਰੀਬਨ 7 ਇਤਿਹਾਸਕ ਸਥਾਨ ਸ੍ਰੀ ਸੁਲਤਾਨਪੁਰ ਸਾਹਿਬ ਦੇ ਵਿੱਚ ਨੇ। 7 ਸਥਾਨ ਗੁਰਦੁਆਰਾ ਬੇਰ ਸਾਹਿਬ ਹੈ, ਗੁਰਦੁਆਰਾ ਹੱਟ ਸਾਹਿਬ ਹੈ, ਗੁਰਦੁਆਰਾ ਬੇਬੇ ਨਾਨਕੀ ਦਾ ਘਰ ਹੈ, ਗੁਰਦੁਆਰਾ ਮਸੀਤ ਸਾਹਿਬ ਜਿੱਥੇ ਮਹਾਰਾਜ ਜੀ ਨਮਾਜ਼ ਪੜ੍ਹਨ ਵਾਸਤੇ ਗਏ ਸਨ। ਇਸੇ ਤਰ੍ਹਾਂ ਫਿਰ ਗੁਰਦੁਆਰਾ ਸੰਤ ਘਾਟ ਸਾਹਿਬ ਹੈ ਜਿੱਥੋਂ ਮਹਾਰਾਜ ਜੀ ਨਵੇਈ ਨਦੀ ਚੋਂ 3 ਦਿਨਾਂ ਬਾਅਦ ਨਿਕਲੇ ਸੀ। ਫਿਰ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਸਥਾਨ ਗੁਰਦੁਆਰਾ ਕੋਠੜੀ ਸਾਹਿਬ ਹੈ ਜਿੱਥੇ ਮਹਾਰਾਜ ਜੀ ਦੇ ਹਿਸਾਬ ਕਿਤਾਬ ਹੁੰਦੇ ਸਨ ਤੇ ਮੁਨਸ਼ੀ ਬਹਿ ਕੇ ਪੈਸੇ ਦਾ ਹਿਸਾਬ ਕਿਤਾਬ ਕਰਦੇ ਮਹਾਰਾਜ ਜੀ ਦਾ ਵਾਧਾ ਨਿਕਲਦਾ ਸੀ। ਇਸ ਪ੍ਰਕਾਰ ਨਾਲ ਤਕਰੀਬਨ 7 ਇਤਿਹਾਸਕ ਸਥਾਨ ਸੁਲਤਾਨਪੁਰ ਸਾਹਿਬ 'ਚ ਦੱਸੇ ਜਾਂਦੇ ਹਨ। ਉਸ ਨਗਰੀ ਵਿੱਚ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਉਥਾਰਾ ਕੀਤਾ ਹੈ। ਅੰਦਨ ਤੁਰੰਗ ਦੀਨ ਸਲਗਾਏ। ਸਭ ਨੇ ਆਪੋ ਆਪਣੀਆਂ ਰਥਾਂ ਘੋੜੇ ਲਾ ਦਿੱਤੇ ਹਨ। ਲਗ ਖਾਨ ਪਾਨ ਸਭ ਥਾਏ ਥਾਏ। ਸਭ ਨੂੰ ਖਾਨ ਪਾਨ ਵਾਸਤੇ ਭੋਜਨ ਸਭ ਥਾਵਾਂ ਤੇ ਪਹੁੰਚਿਆ ਹੈ। ਸ੍ਰੀ ਹਰਗੋਬਿੰਦ ਨਿਜ ਸੰਗ ਲੀਨ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਆਪਣੇ ਨਾਲ ਲਿਆ। ਗੁਰ ਨਾਨਕ ਥਲ ਤਿਨ ਦਰਸ ਕੀਨ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੋ ਪਵਿੱਤਰ ਸਥਾਨ ਹੈ ਗੁਰਦੁਆਰਾ ਬੇਰ ਸਾਹਿਬ, ਇੱਥੇ ਆ ਕੇ ਮਹਾਰਾਜ ਜੀ ਨੇ ਦਰਸ਼ਨ ਕੀਤੇ ਹਨ। ਜਹ ਲੱਗੇ ਦੰਤ ਧਾਵਨ ਸੁਬੇਰ। ਖਾਲਸਾ ਜੀ ਜਿੱਥੇ ਮਹਾਰਾਜ ਜੀ ਦੇ ਦੰਤ ਧਾਵਨ ਕਹਿੰਦੇ ਨੇ ਦਾਤਣ ਨੂੰ, ਜਿਹੜੀ ਬੇਰ ਹੈ ਨਾ ਸੁਲਤਾਨਪੁਰ ਸਾਹਿਬ ਗੁਰਦੁਆਰਾ ਬੇਰ ਸਾਹਿਬ ਆਪ ਜੀ ਦਰਸ਼ਨ ਕਰਦੇ ਹੋ। ਅਗਲੇ ਸਾਲ ਨੂੰ ਸਮੁੱਚੇ ਖਾਲਸੇ ਪੰਥ ਨੇ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਸ੍ਰੀ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਮਨਾਉਣਾ, ਉਹਦੀਆਂ ਤਿਆਰੀਆਂ ਹੋ ਰਹੀਆਂ ਹਨ। ਗੁਰਦੁਆਰਾ ਬੇਰ ਸਾਹਿਬ ਉੱਥੇ ਮਹਾਰਾਜ ਜੀ ਨੇ ਬੇਰੀ ਦੀ ਦਾਤਣ ਕੀਤੀ ਸੀ ਔਰ ਦਾਤਣ ਕਰਕੇ ਜਦੋਂ ਜ਼ਮੀਨ 'ਚ ਗੱਡੀ ਉਹ ਹਰੀ ਹੋ ਗਈ ਤੇ ਉਹਦਾ ਬੇਰ ਬਣ ਗਿਆ। ਅੱਜ ਵੀ ਉਹ ਬੇਰੀ ਉੱਥੇ ਸੁਸ਼ੋਭਿਤ ਹੈ। ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ, ਕਹਿੰਦੇ ਉਹ ਜੋ ਗੁਰਦੁਆਰਾ ਬੇਰ ਸਾਹਿਬ ਜਿੱਥੇ ਗੁਰੂ ਨਾਨਕ ਸਾਹਿਬ ਜੀ ਰੋਜ਼ ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਦੇ ਸੀ ਵੇਈ ਨਦੀ 'ਚ, ਔਰ ਇਸ਼ਨਾਨ ਕਰਕੇ ਉੱਥੇ ਹੀ ਜਲ ਦੇ ਵਿੱਚ ਕਿੰਨਾ ਚਿਰ ਮਹਾਰਾਜ ਜੀ ਖਲੋਤੇ ਸਮਾਧੀ ਪਰਾਇਣ ਰਹਿੰਦੇ ਸਨ। ਤਹ ਧਰੇ ਭੇਟ ਕਰ ਜੋਰ ਹੇਰ। ਉੱਥੇ ਆ ਕੇ ਭੇਟਾਵਾਂ ਭੇਟ ਕੀਤੀਆਂ, ਨਮਸਕਾਰ ਕੀਤੀ ਹੈ। ਕੋਨ ਕਰੇ ਕਾਰ ਮੋਦੀ ਦੁਕਾਨ। ਫਿਰ ਜਿੱਥੇ ਮਹਾਰਾਜ ਜੀ ਨੇ ਮੋਦੀ ਦਾ ਕੰਮ ਕੀਤਾ, ਭਾਵ ਗੁਰਦੁਆਰਾ ਹੱਟ ਸਾਹਿਬ
ਜਿੱਥੇ ਮਹਾਰਾਜ ਜੀ ਮੋਦੀ ਖਾਨਾ ਚਲਾਉਂਦੇ ਸਨ ਉੱਥੇ ਆ ਕੇ ਦਰਸ਼ਨ ਕੀਤੇ। ਤਿਸ ਦਰਸ ਕੀਨ ਨਿਜ ਜੋਰ ਪਾਨ ਹੱਥ ਜੋੜ ਕੇ ਬੜੇ ਸਤਿਕਾਰ ਨਾਲ ਨਮਸਕਾਰ ਕੀਤੀ ਹੈ। ਨਿਜ ਸੰਗ ਸੰਗਤ ਸਿੱਖ ਮਹਾਨ ਫਿਰ ਨਾਲ ਬਹੁਤ ਸਾਰੀਆਂ ਸੰਗਤਾਂ ਵੀ ਨੇ ਦਰਸ਼ਨ ਕਰਨ ਵਾਸਤੇ ਉੱਥੇ ਆਏ ਜਿੱਥੇ ਗੁਰੂ ਨਾਨਕ ਸਾਹਿਬ ਦਾ ਘਰ ਸੀ, ਬਾਬਾ ਸ਼੍ਰੀ ਚੰਦ ਜੀ ਦਾ ਜਨਮ ਸਥਾਨ ਹੈ। ਉੱਥੇ ਵੀ ਆਣ ਕੇ ਨਮਸਕਾਰ ਕੀਤੀ ਹੈ। ਤੈਨ ਸੋ ਪ੍ਰਸੰਗ ਕਰਤੇ ਬਖਾਨ ਕੱਲੇ ਕੱਲੇ ਸਥਾਨ ਦਾ ਇਤਿਹਾਸ ਗੁਰੂ ਅਰਜਨ ਦੇਵ ਸਾਹਿਬ ਜੀ ਸਾਰੀ ਸੰਗਤ ਨੂੰ ਦੱਸਦੇ ਨੇ ਕਿ ਸੰਗਤ ਜੀ ਇਸ ਸਥਾਨ ਤੇ ਗੁਰਦੇਵ ਨੇ ਹੱਟ ਚਲਾਇਆ, 13 ਤੋਲਿਆ। ਇਸ ਸਥਾਨ ਤੇ ਮਹਾਰਾਜ ਜੀ ਦਾ ਘਰ ਹੈ। ਇਹ ਘਰ ਬੇਬੇ ਨਾਨਕੀ ਜੀ ਦਾ ਹੈ। ਏਦਾਂ ਕੱਲੇ ਕੱਲੇ ਸਥਾਨ ਦਾ ਇਤਿਹਾਸ ਮਹਾਰਾਜ ਜੀ ਦੱਸਦੇ ਹਨ। ਦਿਨ ਤੀਨ ਰਹਿ ਸੁਵੇ ਮਝਾਰ ਫਿਰ ਗੁਰਦੁਆਰਾ ਸੰਤ ਘਾਟ ਸਾਹਿਬ ਆਏ। ਮਹਾਰਾਜ ਜੀ ਨੇ ਆਖਿਆ ਉਹ ਸਥਾਨ ਹੈ ਜਿੱਥੇ ਵੇਈ ਨਦੀ 'ਚ 3 ਦਿਨ ਗੁਰੂ ਨਾਨਕ ਸਾਹਿਬ ਜੀ ਰਹੇ ਔਰ 3 ਦਿਨਾਂ ਬਾਅਦ ਜਦੋਂ ਪ੍ਰਗਟ ਹੋਏ ਜਿਸ ਜਗ੍ਹਾ ਤੇ ਉਹ ਆ ਜਗ੍ਹਾ ਹੈ ਗੁਰਦੁਆਰਾ ਸੰਤ ਘਾਟ ਸਾਹਿਬ। ਕੋਨ ਨਿਕਸ ਲੁਟਾਏ ਵਸਤੂ ਉਦਾਰ ਔਰ ਇੱਥੋਂ ਬਾਹਰ ਆ ਕੇ ਮਹਾਰਾਜ ਜੀ ਨੇ ਜਿੰਨਾ ਮੋਦੀ ਖਾਨਾ ਸੀ ਉਹ ਲੁਟਾ ਦਿੱਤਾ। ਬਹੁ ਦੇਸ ਬਦੇਸਨ ਫਿਰ ਬਸੇਸ ਔਰ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇੱਥੇ ਆ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਦੇ ਸਨ। ਵਿਸਤਾਰ ਦੀਨ ਸਿੱਖੇ ਸੁਭੇਸ ਮਹਾਰਾਜ ਜੀ ਨੇ ਇੱਥੋਂ ਹੀ ਉਦਾਸੀ ਕੀਤੀ। ਪਹਿਲੀ ਉਦਾਸੀ ਕਰਕੇ ਇੱਥੋਂ ਹੀ ਜੀਵਾਂ ਦਾ ਉਧਾਰ ਕਰਨਾ ਸ਼ੁਰੂ ਕੀਤਾ। ਕਾਲ ਕਾਲ ਘੋਰ ਅੰਧੇਰ ਭੂਰ ਕਲੀ ਕਾਲ ਦਾ ਘੋਰ ਭਿਆਨਕ ਸਮਾਂ ਜਿਹਦੇ ਵਿੱਚ ਅੰਧਕੂਪ 'ਚ ਜੀਵ ਪਏ ਹੋਏ ਸਨ। ਕੀਨਸ ਪ੍ਰਕਾਸ਼ ਜਿਮ ਚੜਤ ਸੂਰ ਮਹਾਰਾਜ ਜੀ ਨੇ ਏਦਾਂ ਪ੍ਰਕਾਸ਼ ਕੀਤਾ ਇਸ ਹਨੇਰੇ ਵਿੱਚ ਜਿਵੇਂ ਸੂਰਜ ਚੜ੍ਹ ਕੇ ਪ੍ਰਕਾਸ਼ ਕਰਦਾ ਹੈ। ਹਿਮ ਕਹਿਤ ਦਰਸ ਕਰ ਸਕਲ ਥਾਨ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪ੍ਰਕਾਰ ਨਾਲ ਸਾਰੇ ਸਥਾਨਾਂ ਦੇ ਦਰਸ਼ਨ ਕੀਤੇ। ਕੋਨ ਬਸੇ ਨਿਸਾ ਨਿਜ ਸਿਵਰ ਆਨ ਫਿਰ ਮਹਾਰਾਜ ਜੀ ਆਪਣੇ ਡੇਰੇ ਤੇ ਜਿੱਥੇ ਅੱਜ ਕੱਲ ਗੁਰੂ ਪੰਜਵੇਂ ਪਾਤਸ਼ਾਹ ਦਾ ਕੋਠੜੀ ਸਾਹਿਬ ਦੇ ਲਾਗੇ ਸਥਾਨ ਹੈ ਉੱਥੇ ਮਹਾਰਾਜ ਜੀ ਨੇ ਉਤਾਰਾ ਕੀਤਾ ਹੈ। ਕਰ ਖਾਨ ਪਾਨ ਮਿਸਟਾਨ ਖਾਨ ਆਦ ਪਾਨ ਕੀਤਾ, ਮਿਸ਼ਟਾਨ ਆਦਿਕ ਸਾਰਿਆਂ ਵਿੱਚ ਵਰਤਾਇਆ ਗਿਆ। ਹਰ ਭੈ ਸੁਪਤ ਪਰ ਸਹਿਲਾਦ ਔਰ ਸਾਰਿਆਂ ਨੇ ਸੁੱਖ ਨਾਲ ਖੁਸ਼ੀ ਨਾਲ ਰਾਤ ਬਤੀਤ ਕੀਤੀ ਹੈ। ਉਠ ਕੇ ਪ੍ਰਭਾਤ ਸਭ ਹਰਖ ਧਾਰ ਔਰ ਉੱਠ ਕੇ ਕਹਿੰਦੇ ਪ੍ਰਭਾਤ ਵੇਲੇ ਸਾਰਿਆਂ ਨੇ ਖੁਸ਼ੀ ਦੇ ਨਾਲ ਪਹਿਰੇ ਸੁਭ ਧੂਖਣ ਬਸਨ ਚਾਰ ਬੜੇ ਸੋਹਣੇ ਗਹਿਣੇ ਆਭੂਸ਼ਣ ਸਰੀਰ ਤੇ ਧਾਰਨ ਕੀਤੇ ਹਨ। ਵਾਹਨ ਸਜਾਏ ਨਿਜ ਨਿਜ ਬਡੇਰਾ ਆਪੋ ਆਪਣੇ ਵਾਹਨ ਸਾਰਿਆਂ ਨੇ ਸ਼ਿੰਗਾਰੇ ਤਿਆਰ ਕੀਤੇ ਹਨ। ਹੋਏ ਹੈ ਟੁਕਾਓ ਮੁਖ ਕਹਿਤ ਟੇਰ ਔਰ ਮਹਾਰਾਜ ਜੀ ਨੇ ਬਚਨ ਕੀਤਾ ਅੱਜ ਆਪਾਂ ਡੱਲੇ ਪਿੰਡ ਦੇ ਵਿੱਚ ਬਰਾਤ ਦਾ ਟੁਕਾਓ ਕਰਨਾ ਹੈ। ਸਭ ਚੜੇ ਬਜਤ ਬਾਜੇ ਉਦਾਰ ਸੁਲਤਾਨਪੁਰ ਸਾਹਿਬ ਤੋਂ ਬਰਾਤ ਇੱਕ ਵਾਰੀ ਫੇਰ ਨਵੇਂ ਰੂਪ ਦੇ ਵਿੱਚ ਤਿਆਰ ਹੋ ਕੇ ਚੜੀ ਹੈ। ਤੁਰ ਰੇ ਨਫੇਰ ਧੌਂਸਾ ਤੁੰਕਾਰ ਉਰਨੀਆਂ ਨਫੀਰੀਆਂ ਧੌਂਸੇ ਵੱਜਦੇ ਜਾ ਰਹੇ ਨੇ। ਕਫ ਭਣਵ ਪਟ ਹੈ ਮੁਰਲੀ ਬਜੰਤ ਡੱਫ ਪਣਵ ਮੁਰਲੀਆਂ ਵੱਜਦੀਆਂ ਜਾ ਰਹੀਆਂ ਨੇ। ਕੱਢ ਸੁਤਰਨ ਪਰ ਸੁਥਰੀ ਚਲੰਤ ਔਰ ਸੁਥਰੀ ਘੋੜਿਆਂ ਭਾਵ ਸੁਥਰੀ ਜਿਹੜੇ ਸਾਜ ਹਨ ਉਹ ਵੱਜਦੇ ਜਾ ਰਹੇ ਨੇ ਸ਼ੁਤਰਾਂ ਤੇ ਊਂਠਾਂ ਦੇ ਉੱਤੇ। ਅੰਦਨ ਤਵਾਏ ਘੋਰਨ ਕੁਦਾਏ ਚੰਦਨ ਨੱਚਦੇ ਦੌੜੇ ਜਾ ਰਹੇ ਨੇ, ਘੋੜੇ ਕੁੱਦਦੇ ਜਾ ਰਹੇ ਨੇ। ਪਹਿਲਨ ਚਲਾਏ ਘੁੰਗਰੂ ਬਜਾਏ ਕੜਬੈਲਾਂ ਚਲਦੀਆਂ ਨਾਲ ਘੁੰਗਰੂ ਵੱਜਦੇ ਹਨ। ਹਿਮ ਮਚਿਓ ਕੋਲਾਹਲ ਧੁਨ ਬਲੰਦ ਇਸ ਪ੍ਰਕਾਰ ਨਾਲ ਬੜਾ ਵੱਡਾ ਕੋਲਾਹਲ ਮਚਿਆ, ਬੜੀ ਆਵਾਜ਼ ਦੂਰ ਤੱਕ ਸੁਣਾਈ ਦਿੰਦੀ ਹੈ। ਕਮਨੈ ਸੋ ਪੰਥ ਧਰ ਧਰ ਆਨੰਦ ਬੜੇ ਆਨੰਦ ਨਾਲ ਰਸਤੇ ਵਿੱਚ ਤੁਰੇ ਜਾ ਰਹੇ ਨੇ। ਅਬ ਗਏ ਸਰਬ ਪਹੁੰਚੇ ਸੋ ਜਾਏ। ਇਸ ਪ੍ਰਕਾਰ ਨਾਲ ਸਾਰਿਆਂ ਨੇ ਪੈਂਡਾ ਤੈਅ ਕੀਤਾ, ਚਲਦੇ ਚਲਦੇ ਆ ਪਹੁੰਚੇ ਹਨ। ਆਦ ਕੋਸ ਗ੍ਰਾਮ ਡੱਲਾ ਰਹਾਏ ਜਿੱਥੋਂ ਡੱਲਾ ਪਿੰਡ ਤਕਰੀਬਨ ਅੱਧੇ ਕੋਹ ਦੀ ਵਾਟ ਤੇ ਰਹਿ ਗਿਆ, ਬਿਲਕੁਲ ਨੇੜੇ ਆ ਗਏ। ਡੱਲੇ ਪਿੰਡ ਦੇ ਵਿੱਚ ਹੀ ਬਰਾਤ ਉਤਰਨੀ ਸੀ ਤੇ ਡੱਲਾ ਪਿੰਡ ਕਹਿੰਦੇ ਤਕਰੀਬਨ ਅੱਧਾ ਕੋਹ
ਫਰਕ ਤੇ ਰਹਿ ਗਿਆ। ਤਾਹੈ ਉੱਤਰ ਪਰੇ ਸਭ ਜਾਨ ਛੋਰ। ਉੱਥੇ ਪਹਿਲਾਂ ਹੀ ਸਾਰਿਆਂ ਨੇ ਉਤਾਰਾ ਕਰ ਲਿਆ ਤਾਂ ਜੋ ਅੱਗੇ ਪਰਿਵਾਰ ਵਾਲਿਆਂ ਨੂੰ ਤਿਆਰੀ ਕਰਨ ਦਾ ਮੌਕਾ ਮਿਲ ਜਾਏ। ਸੁੱਤ ਗਏ ਤਬ ਹੈ ਡੱਲੇ ਸੁਆਰ। ਡੱਲੇ ਪਿੰਡ ਦੇ ਵਿੱਚ ਖਬਰ ਪਹੁੰਚੀ ਬਾਬਾ ਨਰੈਣ ਦਾਸ ਜੀ ਦੇ ਘਰ ਕੇ ਬਰਾਤ ਆ ਗਈ ਹੈ। ਸੋਨ ਸੁਰਤ ਨਾਰਾਇਣ ਦਾਸ ਸੋਏ। ਬਾਬਾ ਨਰੈਣ ਦਾਸ ਜੀ ਨੇ ਜਦੋਂ ਸੁਣਿਆ ਆਪਣੇ ਕੰਨੀ, ਸਭ ਕਰੀ ਤਿਆਰ ਹਿਤ ਪਠਨ ਜੋਏ। ਉਸੇ ਵਕਤ ਬੜੀ ਤਿਆਰੀ ਕੀਤੀ, ਬੜਾ ਚਾਉ ਤੇ ਖੁਸ਼ੀ ਮਨਾਈ। ਪਕਵਾਨ ਅਦਕ ਮਿਸ਼ਟਾਨ ਲੀਨ। ਮਠਿਆਈਆਂ ਪਕਵਾਨ ਬਾਬਾ ਨਰੈਣ ਦਾਸ ਜੀ ਨੇ ਨਾਲ ਲੈ ਲਏ। ਭਰ ਕਾਵਰ ਜੇਤਕ ਖਰਚ ਚੀਨ। ਵੱਡੀਆਂ ਵਹਿੰਗੀਆਂ ਭਰ ਲਈਆਂ ਤੇ ਭਰ ਕੇ ਉਹ ਨਾਲ ਲੈ ਲਈਆਂ। ਸਾਜ ਵਾਹਨ ਆਪਣੇ ਹੋਏ ਸੁਚੇਤ। ਆਪਣੇ ਵਾਹਨ ਤਿਆਰ ਕਰਕੇ ਬਰਾਤ ਦਾ ਸਵਾਗਤ ਕਰਨ ਵਾਸਤੇ ਅੱਗੇ ਆਏ ਨੇ ਬਾਬਾ ਨਰੈਣ ਦਾਸ ਜੀ। ਚੜ ਚੱਲ ਅਗਾਉ ਲੈਨ ਹੇਤ। ਅੱਗੇ ਆਏ ਨੇ ਚੜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲੈਣ ਵਾਸਤੇ। ਭਗਵਾਨ ਆਏ ਅਵਲੋਕ ਬ੍ਰਿੰਦ। ਜਦੋਂ ਆ ਕੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਦਿਦਾਰੇ ਕੀਤੇ ਹਨ। ਬਾਬਹਨੇ ਡੰਕ ਬਾਦਤ ਬਲੰਦ। ਉਸ ਵਕਤ ਨਗਾਰਿਆਂ ਦੇ ਉੱਤੇ ਚੋਭਾਂ ਲੱਗ ਗਈਆਂ, ਸਾਜ ਵੱਜ ਪਏ ਹਨ। ਛੂਟੇ ਨਿਸ਼ਾਨ ਅਗਵਾਨ ਜਾਤ। ਔਰ ਅੱਗੇ ਅੱਗੇ ਨਿਸ਼ਾਨ ਛੁੱਟਦੇ ਚਲੇ ਜਾ ਰਹੇ ਨੇ। ਜਿਨ ਜਰੀ ਲਾਗ ਬਹੁ ਰੰਗ ਭਾਂਤ। ਉਹਨਾਂ ਤੇ ਜਰੀਦਾਰ ਬਸਤਰ ਲੱਦੇ ਹੋਏ ਹਨ। ਦੋਹ ਦਿਸਨ ਮੇਲ ਇਸ ਰੀਤ ਕੀਨ। ਤਾਂ ਦੋਹਾਂ ਪਾਸਿਓਂ ਕਹਿੰਦੇ ਮੇਲ ਹੋਇਆ, ਮਿਲਣੀ ਹੋਈ ਹੈ। ਜਨ ਕੋਖ ਕੋਖ ਘਣ ਮਿਲਤ ਪੀਨ। ਔਰ ਕਹਿੰਦੇ ਜਿਵੇਂ ਮਾਨੋ ਬੱਦਲ ਨਹੀਂ ਆਪਸ ਵਿੱਚ ਘੋਖ ਕੇ ਮਿਲਦੇ, ਏਦਾਂ ਮਿਲੇ ਹਨ। ਵਾਹਨ ਭਜਾਏ ਵਾਹਨ ਉਠਾਏ। ਵਾਹਨ ਭਜਦੇ ਜਾ ਰਹੇ, ਉੱਠਦੇ ਜਾ ਰਹੇ ਨੇ। ਮਿਲ ਆਪ ਮਾਹੇ ਆਨੰਦ ਉਪਾਏ। ਆਪਸ ਵਿੱਚ ਮਿਲਦੇ ਆਨੰਦ ਪੈਦਾ ਕਰਦੇ ਨੇ। ਜਨ ਨਦੀ ਹਰਖ ਕੇ ਉਮੜ ਦੋਏ। ਕਹਿੰਦੇ ਮਾਨੋ ਦੋ ਖੁਸ਼ੀ ਦੀਆਂ ਨਦੀਆਂ ਉਮੜ ਕੇ ਆਪਸ ਵਿੱਚ ਮਿਲ ਗਈਆਂ ਹੋਣ। ਹੋਏ ਸੰਗਮ ਅੰਗ ਉਮੰਗ ਜੋਏ। ਏਦਾਂ ਸੰਗਮ ਹੋਇਆ, ਬੜਾ ਭਾਰੀ ਆਨੰਦ ਉਪਜਿਆ ਹੈ। ਧਨ ਵਸਤ ਅਗਰ ਗੁਰ ਕੇ ਟਿਕਾਏ। ਬੇਅੰਤ ਵਸਤੂਆਂ ਵਹਿੰਗੀਆਂ ਭਰੀਆਂ ਮਠਿਆਈਆਂ ਦੀਆਂ ਬਾਬਾ ਨਰੈਣ ਦਾਸ ਜੀ ਨੇ ਪੰਜਵੇਂ ਪਾਤਸ਼ਾਹ ਅੱਗੇ ਟਿਕਾਈਆਂ ਨੇ। ਸਭ ਭਰੇ ਪਾਏ ਚਿਤ ਚਾਏ ਸਭ ਦੇ ਚਾਏ। ਮਨ ਚਾਅ ਨਾਲ ਭਰੇ ਹੋਏ ਹਨ। ਬਹੁ ਬਿਨੈ ਭਨੇ ਸਭ ਹਾਥ ਹੱਥ ਬੰਦ। ਬੰਨ ਕੇ ਬਾਬਾ ਨਰੈਣ ਦਾਸ ਜੀ ਦੇ ਨਾਲ ਆਏ ਸਾਰੇ ਪਰਿਵਾਰ ਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ। ਹਮ ਅਲਪ ਲਘੂ ਤੁਮ ਬੜ ਬਲੰਦ। ਔਰ ਬੇਨਤੀ ਕੀਤੀ, ਮਹਾਰਾਜ ਅਸੀਂ ਛੋਟੇ ਜਿਹੇ ਜੀਵ ਹਾਂ, ਤੁਸੀਂ ਵੱਡਿਆਂ ਤੋਂ ਵੱਡੇ ਹੋ। ਬੜੀ ਕਿਰਪਾ ਕੀਤੀ ਹੈ, ਸਾਡੇ ਵਰਗੇ ਨਚੀਜਾਂ ਨੂੰ ਚੀਜ਼ ਕੀਤਾ ਹੈ। ਨਿਜ ਦਾਸ ਜਾਨ ਪਤਲੇ ਹੋ ਰਾਖ। ਮਹਾਰਾਜ ਦਿਸ ਆਪਣਾ ਦਾਸ ਜਾਣ ਕੇ ਆਪ ਜੀ ਨੇ ਮੇਰੀ ਪਤ ਰੱਖ ਲਈ ਹੈ। ਤੇ ਦਰਸ ਕਰੇ ਪੂਰਨ ਬਲਾਖ। ਆਪਣੇ ਦਰਸ਼ਨ ਦੇ ਕੇ ਸਾਡੀ ਅਭਲਾਖਾ ਪੂਰੀ ਕਰ ਦਿੱਤੀ ਹੈ। ਸਨਮਾਨ ਜਾਨ ਗੁਰ ਤਿਨਹੁ ਕੇਰ। ਮਹਾਰਾਜ ਜੀ ਨੇ ਬਾਬਾ ਨਰੈਣ ਦਾਸ ਜੀ ਦਾ ਸਨਮਾਨ ਜਾਣ ਕਰਕੇ ਪਕਵਾਨ ਲੀਨ ਦਿਓ ਬਾਂਟ ਫੇਰ। ਉਹ ਪਕਵਾਨ ਮਠਿਆਈਆਂ ਲੈ ਕੇ ਸਾਰੀ ਸੰਗਤ ਵਿੱਚ ਵੰਡਾ ਦਿੱਤੀਆਂ। ਸਭ ਜਥਾ ਜੋਗ ਕਰ ਤਿਨਹੁ ਸਾਥ। ਜਥਾ ਯੋਗ ਸਾਰੀ ਮਰਿਆਦਾ ਮਹਾਰਾਜ ਜੀ ਨੇ ਨਿਭਾਈ ਹੈ। ਕਰ ਭੇ ਟੁਕਾਓ ਪੁਨ ਚਹਿਤ ਨਾਥ। ਹੁਣ ਜਗਤਨਾਥ ਸਤਿਗੁਰੂ ਜੀ ਬਰਾਤ ਦਾ ਟੁਕਾਓ ਪਿੰਡ ਦੇ ਵਿੱਚ ਕਰਨਾ ਚਾਹੁੰਦੇ ਨੇ। ਇੱਕ ਮਹਾਦੇਵ ਕੋ ਦਰਬ ਦੇਨ। ਬਾਬਾ ਮਹਾਦੇਵ ਜੀ ਨੂੰ ਮਹਾਰਾਜ ਜੀ ਨੇ ਮਾਇਆ ਦਾ ਖੁੱਲਾ ਗੱਫਾ ਦਿੱਤਾ ਕਿ ਬਾਬਾ ਜੀ ਕੋਲ ਵੀ ਆਉਂਦੇ ਸੀ ਨਾ ਜਾਚਕ ਕੇ, ਤੁਸੀਂ ਤਾਇਆ ਜੀ ਉਹ ਲੜਕੇ ਦੇ ਮਹਾਰਾਜ ਸਾਨੂੰ ਵੀ ਵਧਾਈ ਦਿਓ। ਤੇ ਬਾਬਾ ਮਹਾਦੇਵ ਜੀ ਵੀ ਮਾਇਆ ਦੇ ਖੁੱਲੇ ਗੱਫੇ ਉਹਨਾਂ ਜਾਚਕਾਂ ਦੀਆਂ ਝੋਲੀਆਂ ਵਿੱਚ ਪਾਉਂਦੇ ਹਨ। ਗੁਰਦਾਸ ਬ੍ਰਿਧ ਦੋਨੋਂ ਸੋਲੀਨ। ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਨੂੰ ਮਹਾਰਾਜ ਜੀ ਨੇ ਨਾਲ ਲਿਆ। ਕੌਣ ਕ੍ਰਿਸ਼ਨ ਚੰਦ ਥਾਤੀ ਸੁਧਾਰ। ਬਾਬਾ ਕ੍ਰਿਸ਼ਨ ਚੰਦ ਜੀ ਜੋ 6ਵੇਂ ਪਾਤਸ਼ਾਹ ਦੇ ਨਾਨਾ ਜੀ ਉਹਨਾਂ ਕੋਲ ਵੀ ਪਹੁੰਚ ਜਾਂਦੇ ਮੰਗਤੇ ਲਾਗ ਲੈਣ ਵਾਲੇ। ਨਾਨੇ ਨੂੰ ਵਧਾਈਆਂ, ਨਾਨੇ ਨੂੰ ਵਧਾਈ ਜਦੋਂ ਕਹਿੰਦੇ ਤੇ ਫਿਰ ਨਾਨੇ ਨੂੰ ਵੀ ਕੱਢ ਕੇ ਗੱਫਾ ਦੇਣਾ ਪੈਂਦਾ। ਪਰ ਖਾਬਤ ਗਮਨੋ ਗੁਰ ਉਚਾਰ। ਇਹ ਤਾਂ ਬੜੀਆਂ ਖੁਸ਼ੀਆਂ ਬੜੇ ਉਮਾਹ ਬਣਾਏ ਜਾ ਰਹੇ ਨੇ ਭਾਈ। ਤਬ ਚੱਲੇ ਗ੍ਰਾਮ ਕੇ ਸਮੁਖ ਹੋਏ। ਇਹ ਤਾਂ ਨਗਰ ਵੱਲ ਮੂੰਹ ਕਰਕੇ ਟੁਰ ਪਏ। ਨਰ ਮਿਲੇ ਹਜ਼ਾਰੋਂ ਦਿਸਨ ਦੋਏ। ਦੋਹਾਂ ਪਾਸਿਓਂ ਕਹਿੰਦੇ ਮੇਲ ਮਿਲਾਪ ਹੋਏ ਨੇ। ਧਨ ਭਜਤ ਬਾਜ ਭਈ ਧੂਮ ਧਾਮ। ਔਰ ਅਨੇਕਾਂ ਵਾਜਾਂ
ਬਾਜੇ ਸਾਜ ਵੱਜਦੇ ਹਨ। ਕੱਢ ਉਠੀ ਧੂਲ ਲਿਓ ਛਾਦ ਗ੍ਰਾਮ। ਘੋੜਿਆਂ ਤੇ ਰਥਾਂ ਦੇ ਪੈਰਾਂ ਨਾਲ, ਬਲਦਾਂ ਦੇ ਪੈਰਾਂ ਨਾਲ ਮਿੱਟੀ ਉੱਡੀ ਹੋਈ ਹੈ। ਧਨ ਕੋ ਬਰਖਾਏ ਘਨ ਮਨ ਹੋ ਚਾਰ। ਔਰ ਖੁੱਲੀ ਮਾਇਆ ਦਾ ਗੱਫਾ ਸਾਰੇ ਗਰੀਬਾਂ ਵਿੱਚ ਵੰਡਿਆ ਗਿਆ ਹੈ, ਕਿਉਂਕਿ ਗਰੀਬ ਨੂੰ ਮਹਾਰਾਜ ਜੀ ਦਾ ਪਾਲਣਾ ਬਿਰਧ ਹੈ। ਕੱਢ ਭਇਓ ਸੋਰ ਇੱਕ ਬਾਰ ਝਾਰ। ਅਨੇਕਾਂ ਪ੍ਰਕਾਰ ਦੇ ਕਹਿੰਦੇ ਝਾਰ ਮਤਾਬੀਆਂ ਚੱਲੇ ਹਨ। ਚੜ ਕੈ ਉਤੰਗ ਨਰ ਨਾਰ ਹੇਰ। ਛੱਤਾਂ ਦੇ ਉੱਤੇ ਚੜ ਕੇ ਪਿੰਡ ਦੀਆਂ ਇਸਤਰੀਆਂ ਜਿਹੜੀਆਂ ਨੂੰ ਵੇਖ ਰਹੀਆਂ ਬਰਾਤ ਨੂੰ ਆਉਂਦਿਆਂ, ਕਹਿ ਬਚ ਬਰਾਤ ਆਈ ਬਡੇਰ। ਵੇਖਦੇ ਕਹਿੰਦੇ ਬੜੀ ਕਰਮਾਲ ਦੀ ਬਰਾਤ ਆਈ ਹੈ। ਏਦਾਂ ਜਾਪਦਾ ਕਿਸੇ ਬਾਦਸ਼ਾਹ ਦੀ ਬਰਾਤ ਆਈ ਹੋਵੇ। ਸੁਭ ਥਾਨ ਦੀਨ ਡੇਰੋ ਲਗਾਏ। ਚੰਗੀ ਥਾਂ ਦੇ ਉੱਤੇ ਡੱਲੇ ਪਿੰਡ ਦੇ ਵਿੱਚ ਡੇਰਾ ਕਰਵਾਇਆ। ਹਰ ਰੰਕ ਤ੍ਰਿਪਤ ਧਨ ਕੋ ਬਰਖਾਏ। ਸਾਰੇ ਰੰਕਾਂ ਭਿਖਾਰੀਆਂ ਨੂੰ ਧਨ ਨਾਲ ਤ੍ਰਿਪਤ ਕਰ ਦਿੱਤਾ ਹੈ। ਤੰਬੂ ਸਮਿਆਨ ਦੀਨੇ ਸੁਤਾਨ। ਜਿਹੜੇ ਤੰਬੂ ਸ਼ਮਿਆਨੇ ਸੇਵਕ ਨਾਲ ਲੈ ਕੇ ਆਏ ਸਨ ਉਹ ਤਾਣ ਦਿੱਤੇ। ਕੱਢ ਜੈ ਉਤੰਗ ਬਹੁ ਸੋਭਵਾਨ। ਬੜੀ ਸੋਭਾ ਵਾਲੇ ਸੋਹਣੇ ਤੰਬੂ ਤੇ ਕਨਾਤਾਂ ਤਾਣੇ ਹਨ। ਮੋਹਰਾ ਵਿੱਚ ਚੰਦੋ ਆ ਚਾਨਣੇ। ਤਾਨੇ ਰੇਸ਼ਮ ਡੋਰ। ਤੰਬੂ ਦੇ ਵਿੱਚ ਚਾਨਣੀ ਲਾਈ, ਚੰਦੋਆ ਲਾਇਆ, ਉੱਤੇ ਕਹਿੰਦੇ ਰੇਸ਼ਮ ਦੀਆਂ ਡੋਰਾਂ ਨਾਲ ਬੰਧਿਆ ਚੰਦੋਆ। ਲੱਗੇ ਕਨਾਤ ਬਨਾਤ ਕੇ। ਚੋਂ ਗਿਰਦੇ ਦੁੱਤ ਬੋਰ। ਕਹਿਣ ਲੱਗੇ ਬਨਾ ਕਨਾਤਾਂ ਲੱਗ ਗਈਆਂ ਚਾਰੇ ਪਾਸੇ, ਜਿਹੜੀ ਬੜੀ ਦੁਤੀ ਨਾਲ ਪ੍ਰਕਾਸ਼ ਦੇ ਨਾਲ ਸੋਭਾ ਪਾ ਰਹੀਆਂ ਹਨ। ਸ੍ਰੀ ਅਰਜਨ ਨਿਜ ਤਨੁਜ ਜੁਤ। ਬੈਠੇ ਬ੍ਰਿੰਦ ਮਝਾਰ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪਣੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਤ ਸਾਰਿਆਂ ਦੇ ਵਿੱਚ ਚੰਦੋਏ ਦੇ ਥੱਲੇ ਸੋਹਣੇ ਆਸਣ ਤੇ ਬੈਠੇ ਨੇ। ਮਨਹੁ ਸੋ ਧਰਮ ਸੋਭਤੇ। ਬਸਨ ਬਭੂਖਨ ਚਾਰ। ਸਵਰਗ ਦੀ ਸੋਭਾ ਵੀ ਫਿੱਕੀ ਪੈਂਦੀ ਆ ਮਹਾਰਾਜ ਜੀ ਦੇ ਦਰਬਾਰ ਦੀ ਸੋਭਾ ਅੱਗੇ। ਸਵਰਗ ਦੀ ਸੋਭਾ ਵੀ ਫਿੱਕੀ ਪੈਂਦੀ। ਇਹੋ ਜਿਹਾ ਸੋਹਣਾ ਦਰਬਾਰ ਮਹਾਰਾਜ ਜੀ ਦਾ ਸਜਿਆ। ਗਰੀਬਨ ਬਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਰਾਤ ਦਾ ਜਿਵੇਂ ਸਵਾਗਤ ਹੋਇਆ, ਸੇਵਾ ਟਹਿਲ ਹੋਈ ਆ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।